ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਸਭ ਦਾ ਤੇ ਮੈਂ ਪ੍ਰੀਤ ਹਰ ਵਾਰ ਦੀ ਤਰ੍ਹਾਂ ਜੀ ਹਾਜ਼ਰ ਹੋ ਗਿਆ ਟਾਈਮ ਸਿਰ ਸਾਡੇ ਜਿਹੜੇ ਵੀ ਲੋਕ ਨੇ ਬਾਹਰ ਜਾਣਾ ਚਾਹੁੰਦੇ ਹੈਗੇ ਨੇ, ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਨੇ, ਚਾਹੇ ਸਟੂਡੈਂਟ ਨੇ, ਚਾਹੇ ਤੁਸੀਂ ਪੀਆਰ ਤੇ ਜਾਣਾ ਚਾਹੁੰਦੇ ਆ, ਟਾਈਮ ਟੂ ਟਾਈਮ ਹਮੇਸ਼ਾ ਤੁਹਾਨੂੰ ਅਪਡੇਸ਼ਨ ਦਿੰਦੇ ਰਹਿੰਦੇ ਆ। ਤੇ ਅੱਜ ਦਾ ਇਹ ਸ਼ੋਅ ਖਾਸ ਹੋਣ ਵਾਲਾ ਹੈ ਉਹਨਾਂ ਦੇ ਲਈ ਜੋ ਪੀਆਰ ਤੇ ਕੈਨੇਡਾ ਜਾਣਾ ਚਾਹੁੰਦੇ ਨੇ। ਸੋ ਕਿੱਦਾਂ ਕਿੱਦਾਂ ਸਾਡਾ ਪ੍ਰੋਫਾਈਲ ਹੋਣਾ ਚਾਹੀਦਾ ਹੈ ਕਿ ਸਾਨੂੰ ਕੈਨੇਡਾ ਦੀ ਪੀਆਰ ਮਿਲ ਜਾਏਗੀ, ਕੀ ਹੋਰ ਕ੍ਰਾਈਟੇਰੀਆ ਰਹਿੰਦਾ ਹੈਗਾ, ਕੀ ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਪੈਣਗੀਆਂ, ਇਹ ਸਾਰੀ ਡਿਸਕਸ਼ਨ ਅੱਜ ਦੇ ਇਸ ਸ਼ੋਅ ਦੇ ਵਿੱਚ ਹੋਏਗੀ ਜੀ। ਜੇਕਰ ਤੁਸੀਂ ਜਾਂ ਫਿਰ ਤੁਹਾਡਾ ਕੋਈ ਆਪਣਾ ਜਾਣਾ ਚਾਹੁੰਦਾ ਪੀਆਰ ਤੇ ਧਿਆਨ ਦੇ ਨਾਲ ਤੁਸੀਂ ਇਸ ਸ਼ੋਅ ਨੂੰ ਸੁਣਨਾ ਜੀ। ਸੋ ਸਪੈਸ਼ਲੀ ਅਸੀਂ ਇਨਵਾਈਟ ਕੀਤਾ ਅੱਜ ਦੇ ਸ਼ੋਅ ਦੇ ਵਿੱਚ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਰੈਗੂਲੇਟਰ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਜੋ ਕਿ ICCRC ਮੈਂਬਰ ਵੀ ਨੇ, ਜਸਪ੍ਰੀਤ ਭਾਟੀਆ ਜੀ। ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਕਰ ਲੈਂਦੇ ਹਾਂ, ਵੈਲਕਮ ਹੈ ਮੈਮ। ਥੈਂਕ ਯੂ ਜੀ। ਸੋ ਜੀ ਸਵਾਲ ਅੱਜ ਰਹਿਣਗੇ ਪੀਆਰ ਨੂੰ ਲੈ ਕੇ, ਕੈਨੇਡਾ ਪੀਆਰ ਨੂੰ ਲੈ ਕੇ, ਪਰ ਪਹਿਲਾਂ ਦੱਸ ਦਿੰਦੀ ਹਾਂ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ, ਤੁਸੀਂ ਨੋਟ ਕਰਨਾ ਹੈ। ਆਫਿਸ ਕਿੱਥੇ ਕਿੱਥੇ ਹੈਗੇ ਨੇ ਉਹ ਵੀ ਫਲੈਸ਼ ਹੋ ਰਹੇ ਨੇ, ਬ੍ਰਾਂਚ ਆਫਿਸ ਕਿੱਥੇ ਨੇ ਉਹ ਵੀ ਫਲੈਸ਼ ਹੋ ਰਹੇ ਨੇ। ਸੋ ਜੀ ਇਹਨਾਂ ਆਫਿਸਿਸ ਦੇ ਵਿੱਚ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਆਪਣੇ ਪ੍ਰੋਪਰ ਪ੍ਰੋਫਾਈਲ ਦੇ ਨਾਲ। ਸੋ ਮੈਮ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਨਾ ਚਾਹਾਂਗੀ ਕੈਨੇਡਾ ਪੀਆਰ ਦੀ, ਜੇਕਰ ਅਸੀਂ ਗੱਲ ਕਰੀਏ ਹੈ ਨਾ, ਪ੍ਰੋਪਰ ਅਸੀਂ ਸਟਾਰਟ ਜੇ ਕਰਦੇ ਹੈਗੇ ਆ ਇੱਕ ਲੇਮੈਨ ਦੀ ਗੱਲ ਕਰਦੇ ਆ, ਤੇ ਕਿੱਦਾਂ ਕਿਤੇ ਪ੍ਰੋਫਾਈਲ ਵਾਲੇ ਨੂੰ ਕੈਨੇਡਾ ਪੀਆਰ ਜਿਹੜੀ ਉਹ ਮਿਲ ਜਾਂਦੀ ਹੈ? ਬਿਲਕੁਲ। ਕੈਨੇਡਾ ਪੀਆਰ ਦੇ ਅਗਰ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਪ੍ਰੋਗਰਾਮਸ ਹੈਗੇ ਨੇ ਜਿਹਦੇ 'ਚ ਆਪਾਂ ਕੈਨੇਡੀਅਨ ਪੀਆਰ ਆਪਣੀ ਅਪਲਾਈ ਕਰ ਸਕਦੇ ਹਾਂ। ਇੰਡੀਆ 'ਚ ਮੇਜਰਲੀ ਲੋਕਾਂ ਨੂੰ ਸਭ ਤੋਂ ਪਹਿਲਾਂ ਪਤਾ ਹੈਗਾ ਹੈ ਐਕਸਪ੍ਰੈਸ ਐਂਟਰੀ। ਉਹਦੇ ਬਿਯੋਂਡ ਕਿਸੇ ਨੂੰ ਵੀ ਨੌਲੇਜ ਨਹੀਂ ਹੈਗੀ ਕਿ ਆਪਣੇ ਕੋਲ ਬਹੁਤ ਸਾਰੇ ਹੋਰ ਪ੍ਰੋਗਰਾਮਸ ਹੁੰਦੇ ਨੇ ਪੀਆਰ ਦੀ ਫਾਈਲ ਲਗਾਉਣ ਦੇ। ਅਗਰ ਆਪਾਂ ਸਭ ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ, ਐਕਸਪ੍ਰੈਸ ਐਂਟਰੀ ਦਾ ਮਤਲਬ ਹੋਇਆ ਕਿ ਆਪਣੀ ਐਕਸਪ੍ਰੈਸ ਪੀਆਰ ਲੱਗਦੀ ਹੈ, ਦੈਟ ਇਜ਼ ਇਨ ਲੈਸ ਦੈਨ 1 ਈਅਰ। ਐਕਸਪ੍ਰੈਸ ਐਂਟਰੀ ਜਿਹੜਾ ਆਪਣਾ ਪ੍ਰੋਗਰਾਮ ਹੈ ਇਹ ਪੁਆਇੰਟ ਬੇਸ ਸਿਸਟਮ ਹੈਗਾ। ਇਹਦੇ ਵਿੱਚ ਕਿਹੋ ਜਿਹੇ ਲੋਕੀ ਅਪਲਾਈ ਕਰ ਸਕਦੇ ਆ ਮੈਂ ਤੁਹਾਨੂੰ ਉਹ ਦੱਸਣਾ ਚਾਹਾਂਗੀ। ਇਫ ਯੂ ਆਰ ਅੰਡਰ ਅ ਜੌਬ ਵਿਦ ਅ ਨੌਕ ਕੋਡ ਆਫ OAB ਤੁਹਾਡੀ ਜਿਹੜੀ ਜੌਬ ਹੁੰਦੀ ਹੈ ਕੈਨੇਡਾ ਦੇ ਵਿੱਚ, ਫੋਰ ਐਗਜ਼ਾਮਪਲ ਤੁਸੀਂ ਫਾਈਨੈਂਸ਼ੀਅਲ ਮੈਨੇਜਰ ਹੈਗੇ ਹੋ ਇੱਕ ਬੈਂਕ ਦੇ ਵਿੱਚ, ਤੇ ਤੁਹਾਡਾ ਉਹਦਾ ਜੌਬ ਦਾ ਜਿਹੜਾ ਕੋਡ ਹੋਏਗਾ ਉਹ ਦਿੱਤਾ ਜਾਂਦਾ ਹੈ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ NOC ਕੋਡ ਜਾਂ ਨੌਕ ਕੋਡ। ਇਹ ਨੌਕ ਜਿਹੜੇ ਹੈਗੇ ਨੇ ਉਹ OAB ਦੀ ਕੈਟੇਗਰੀ ਦੇ ਵਿੱਚ ਹੋਣੇ ਚਾਹੀਦੇ ਨੇ। ਮਤਲਬ ਕਿ ਜਿਹੜੀ ਤੁਹਾਡੀ ਜੌਬ ਹੈਗੀ ਹੈ ਉਹ ਬਲੂ ਕਾਲਰ ਜੌਬ ਨਾ ਹੋ ਕੇ ਵਾਈਟ ਕਾਲਰ ਜੌਬ ਹੋਣੀ ਚਾਹੀਦੀ ਹੈ। ਫੋਰ ਐਗਜ਼ਾਮਪਲ ਤੁਸੀਂ ਫਾਈਨੈਂਸ਼ੀਅਲ ਮੈਨੇਜਰ ਹੈਗੇ ਹੋ, ਮਾਰਕੀਟਿੰਗ ਮੈਨੇਜਰ ਹੈਗੇ ਹੋ, ਤੁਸੀਂ ਅਗਰ ਕੁੱਕ ਹੋ, ਸ਼ੈਫ ਹੋ, ਤੁਸੀਂ ਕਿਸੇ ਮੈਨੇਜੀਰੀਅਲ ਰੋਲ ਤੇ ਹੈਗੇ ਹੋ, ਇਫ ਯੂ ਆਰ ਐਨੀ ਟੈਕਨੀਸ਼ੀਅਨ, ਦੈਨ ਯੂ ਆਰ ਐਲੀਜੀਬਲ ਟੂ ਅਪਲਾਈ ਫॉर ਐਕਸਪ੍ਰੈਸ ਐਂਟਰੀ। ਐਕਸਪ੍ਰੈਸ ਐਂਟਰੀ ਦੇ ਅੰਦਰ ਤੁਹਾਡੇ ਕੋਲ 1 ਸਾਲ ਦਾ ਕੰਟੀਨਿਊਅਸ ਵਰਕ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਹੈ। ਮਤਲਬ 12 ਮਹੀਨੇ ਇੱਕੋ ਹੀ ਜੌਬ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਹੈ। ਐਂਡ ਉਸ ਤੋਂ ਬਾਅਦ ਤੁਹਾਡੇ ਕੋਲ IELTS ਦਾ ਸਕੋਰ ਹੋਣਾ ਬਹੁਤ ਜ਼ਰੂਰੀ ਹੈ। CLB 7 ਤੁਹਾਡੀ ਐਲੀਜੀਬਿਲਿਟੀ ਬਣਦੀ ਹੈ। ਉਸ ਤੋਂ ਬਾਅਦ ਆਪਣੇ ਡਿਗਰੀ ਕਿਹੜੀ ਹੈਗੀ ਹੈ, ਆਪਣੇ ਕੋਲ ਐਜੂਕੇਸ਼ਨ ਕੀ ਹੈ, ਅਗਰ ਤੁਸੀਂ ਬੈਚਲਰਸ ਹੋ, ਮਾਸਟਰਸ ਹੋਵੋਗੇ ਤਾਂ ਡੈਫੀਨੇਟਲੀ ਤੁਹਾਡੇ ਪੁਆਇੰਟਸ ਬਹੁਤ ਜ਼ਿਆਦਾ ਬਣਨਗੇ। ਪਲੱਸ ਤੁਹਾਡੀ ਏਜ ਕਿੰਨੀ ਹੈ, ਅਗਰ ਤੁਸੀਂ ਅੰਡਰ 30 ਹੋ ਦੈਨ ਐਕਸਲੈਂਟ ਆਪਸ਼ਨ ਫॉर ਯੂ, ਤੁਹਾਨੂੰ ਏਜ ਦੇ ਫੁੱਲ ਪੁਆਇੰਟਸ ਮਿਲਦੇ ਨੇ। ਤਾਂ ਇਹ ਕੁਝ ਫੈਕਟਰਸ ਹੈਗੇ ਨੇ ਜਿਹੜੇ ਤੁਹਾਡੇ ਡਿਸਾਈਡ ਕਰਦੇ ਨੇ ਯੋਰ ਪੁਆਇੰਟਸ ਅੰਡਰ ਐਕਸਪ੍ਰੈਸ ਐਂਟਰੀ। ਐਕਸਪ੍ਰੈਸ ਐਂਟਰੀ ਇੱਕ ਪ੍ਰੋਗਰਾਮ ਹੈ ਜਿਹਦੇ ਅੰਦਰ 3 ਤਰੀਕੇ ਦੀਆਂ ਸਟਰੀਮਸ ਆਉਂਦੀਆਂ ਨੇ, 3 ਕੈਟੇਗਰੀਜ਼ ਆਉਂਦੀਆਂ ਨੇ। ਇੱਕ ਤੁਹਾਡੀ ਆਉਂਦੀ ਹੈ ਆਊਟਸਾਈਡ ਕੈਨੇਡੀਅਨ ਲੋਕਾਂ ਨੂੰ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਫੈਡਰਲ ਸਕਿੱਲ ਵਰਕਰ ਕੈਟੇਗਰੀ। ਇੱਕ ਆਉਂਦੀ ਹੈ ਆਪਣੀ ਫੈਡਰਲ ਸਕਿੱਲ ਟ੍ਰੇਡ ਕੈਟੇਗਰੀ। ਦਿਸ ਕੈਟੇਗਰੀ ਇਜ਼ ਐਕਸਕਲੂਸਿਵਲੀ ਫॉर ਪੀਪਲ ਹੂ ਹੈਵ ਸਕਿਲਡ ਟ੍ਰੇਡਸ, ਬਟ ਉਹਦੇ 'ਚ ਆਪਾਂ ਨੂੰ ਜੌਬ ਆਫਰ ਚਾਹੀਦੀ ਹੁੰਦੀ ਹੈ। ਸੋ ਆਈ ਵਿਲ ਪਾਰਕ ਦੈਟ ਸਟਰੀਮ ਔਨ ਦ ਕਾਰਨਰ। ਤੀਜੀ ਆਪਣੀ ਕੈਟੇਗਰੀ ਆਉਂਦੀ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ। ਮਤਲਬ ਜਿਹੜਾ ਬੱਚਾ ਸਾਡਾ ਕੈਨੇਡਾ ਪੜ੍ਹਨ ਜਾਂਦਾ ਹੈ ਉਹ ਜਦੋਂ ਆਪਣੀ ਪੜ੍ਹਾਈ ਕੰਪਲੀਟ ਕਰਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਉੱਤੇ ਐਕਸਪੀਰੀਅੰਸ ਗੇਨ ਕਰਦਾ ਹੈ ਤਾਂ ਉਹ ਆਪਣੀ ਤੀਜੀ ਕੈਟੇਗਰੀ ਹੋ ਜਾਂਦੀ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਵੈਨ ਯੂ ਬਿਕਮ ਅ ਟੈਂਪਰੇਰੀ ਵਰਕਰ ਇਨ ਕੈਨੇਡਾ। ਲੇਕਿਨ ਕਿਉਂਕਿ ਆਪਾਂ ਇੰਡੀਆ ਦਾ ਸ਼ੋਅ ਕਰ ਰਹੇ ਹਾਂ ਤਾਂ ਸਾਡਾ ਮੇਜਰ ਫੋਕਸ ਅੱਜ ਦੇ ਸ਼ੋਅ ਦਾ ਰਹੇਗਾ ਫੈਡਰਲ ਸਕਿੱਲ ਵਰਕਰ ਕੈਟੇਗਰੀ, ਜਿਹਦੇ ਮੈਂ ਤੁਹਾਨੂੰ ਦੱਸਿਆ ਕਿ ਇਹ ਕੁਝ ਪੁਆਇੰਟਸ ਹੈਗੇ ਨੇ ਜਿਹੜੇ ਮੈਟਰ ਕਰਦੇ ਨੇ ਤੁਹਾਡੇ ਟੋਟਲ ਪੁਆਇੰਟਸ ਬਣਾਉਣ ਲਈ। ਹੁਣ ਇਹਦੀ ਅਗਰ ਆਪਾਂ ਪੁਆਇੰਟਸ ਦੀ ਗੱਲ ਕਰ ਲਈਏ, ਕਟ ਆਫ ਜਿਹੜੀ ਪੁਆਇੰਟਸ ਦੀ ਜਾਂਦੀ ਹੈ, ਜਿਵੇਂ ਆਪਾਂ ਕਾਲਜ 'ਚ ਐਡਮਿਸ਼ਨ ਲੈਂਦੇ ਹਾਂ ਤਾਂ ਸਾਨੂੰ ਕਟ ਆਫ ਹੁੰਦੀ ਹੈ ਕਿਸੇ ਕਾਲਜ 'ਚ ਐਡਮਿਸ਼ਨ ਲੈਣ ਲਈ 90% ਅਗਰ ਕਿਸੇ ਕਾਲਜ ਦੀ ਕਟ ਆਫ ਹੈ, ਉਸ ਤੋਂ ਉੱਤੇ ਜਿੰਨੇ ਬੱਚੇ ਹੁੰਦੇ ਆ ਉਹਨਾਂ ਨੂੰ ਕਾਲਜ 'ਚ ਐਡਮਿਸ਼ਨ ਮਿਲ ਜਾਂਦੀ ਹੈ। ਜਿਹੜੇ ਉਸ ਤੋਂ ਥੱਲੇ ਦੇ ਸਕੋਰ ਵਾਲੇ ਹੁੰਦੇ ਨੇ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲਦੀ। ਐਗਜ਼ੈਕਟਲੀ ਇੱਦਾਂ ਹੀ ਕੈਨੇਡੀਅਨ ਇਮੀਗ੍ਰੇਸ਼ਨ ਦਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਕੰਮ ਕਰਦਾ ਹੈ। ਜਿਨ੍ਹਾਂ ਦੇ ਫੋਰ ਐਗਜ਼ਾਮਪਲ ਸਕੋਰ 469 ਚੱਲ ਰਿਹਾ ਸੀ, ਜਿਨ੍ਹਾਂ ਦੇ 469 ਤੋਂ ਉੱਤੇ ਦੇ
ਸਕੋਰ ਹੈਗੇ ਨੇ ਉਹਨਾਂ ਸਭ ਨੂੰ ਇਨਵੀਟੇਸ਼ਨ ਆ ਜਾਏਗਾ ਪੀਆਰ ਨੂੰ। 469 ਤੋਂ ਥੱਲੇ ਵਾਲੇ ਬੰਦੇ ਨੂੰ ਪੀਆਰ ਦਾ ਆਪਸ਼ਨ ਨਹੀਂ ਆਂਦਾ। ਤੇ ਬੈਸਟ ਕੇਸ ਸਿਨੈਰੀਓ ਦੀ ਅਗਰ ਆਪਾਂ ਗੱਲ ਕਰੀਏ, ਯੂ ਨੀਡ ਟੂ ਬੀ ਯੂ ਸ਼ੁੱਡ ਹੈਵ ਮਾਸਟਰਸ। ਅਗਰ ਮੈਂ ਬੈਸਟ ਸਕੋਰ ਦੀ ਗੱਲ ਕਰਾਂ, ਯੂ ਸ਼ੁੱਡ ਬੀ ਅੰਡਰ 30। ਤੁਹਾਡਾ ਜਿਹੜਾ ਸਕੋਰ ਹੋਣਾ ਚਾਹੀਦਾ ਹੈ ਆਇਲਸ ਦਾ, ਜਨਰਲ ਆਇਲਸ ਤੁਸੀਂ ਲਿਖਣਾ ਹੈ, ਅਕੈਡਮਿਕ ਇਹਦੇ 'ਚ ਕੰਮ ਨਹੀਂ ਆਂਦਾ। 8 ਲਿਸਨਿੰਗ 'ਚ ਹੋਣੇ ਚਾਹੀਦੇ ਆ, ਬਾਕੀ ਸਭ 'ਚ ਤੁਹਾਡੇ 7 ਹੋਣੇ ਚਾਹੀਦੇ ਨੇ। ਤੇ ਆਪਣੇ ਕੋਲ ਮਾਸਟਰਸ ਡਿਗਰੀ ਹੋਣੀ ਚਾਹੀਦੀ ਹੈ। ਐਕਸਪੀਰੀਅੰਸ 3 ਸਾਲ ਤੋਂ ਉੱਤੇ ਦਾ ਐਕਸਪੀਰੀਅੰਸ ਸਾਨੂੰ ਮੈਕਸਿਮਮ ਪੁਆਇੰਟਸ ਦਿੰਦਾ ਹੈ। ਮਤਲਬ ਕਿ 3 ਸਾਲ ਦਾ ਐਕਸਪੀਰੀਅੰਸ ਤੋਂ ਉੱਤੇ ਦਾ ਜਿੰਨਾ ਮਰਜ਼ੀ ਐਕਸਪੀਰੀਅੰਸ ਹੋਏ, ਤੁਹਾਨੂੰ 3 ਇਅਰਸ ਦੇ ਉੱਤੇ ਹੀ ਮੈਕਸਿਮਮ ਪੁਆਇੰਟਸ ਮਿਲ ਜਾਂਦੇ ਨੇ। ਤਾਂ ਇਹ ਆਪਣਾ ਬ੍ਰੌਡ ਇੱਕ ਮੈਂ ਤੁਹਾਨੂੰ ਦੱਸਿਆ ਹੈ ਕਿ ਕਿਵੇਂ ਤੁਹਾਡੇ ਪੁਆਇੰਟਸ ਕੈਲਕੂਲੇਟ ਹੁੰਦੇ ਨੇ। 1200 ਪੁਆਇੰਟਸ ਹੁੰਦੇ ਨੇ ਟੋਟਲ, ਉਹਦੇ 'ਚੋਂ ਆਪਣੇ 450 500 ਤੱਕ ਦੇ ਪੁਆਇੰਟਸ ਜਾਂਦੇ ਨੇ, ਡਿਪੈਂਡਿੰਗ ਤੁਹਾਡੀ, ਜਿਵੇਂ ਮੈਂ ਕ੍ਰਾਈਟੇਰੀਆਜ਼ ਮੈਂਸ਼ਨ ਕੀਤੇ, ਤੁਹਾਡਾ ਸਕੋਰ ਕਿੰਨਾ ਬਣਦਾ ਹੈ। ਜੀ ਬਿਲਕੁਲ ਜੀ। ਸੋ ਇੱਕ ਬਰੀਫਲੀ ਆਪਾਂ ਕਹਿ ਸਕਦੇ ਹਾਂ ਕਿ ਮੋਟੀ ਮੋਟੀ ਤੁਹਾਨੂੰ ਨੌਲੇਜ ਹੋਏਗੀ ਕਿ ਪੀਆਰ ਲਈ ਕੌਣ ਐਲੀਜੀਬਲ ਹੋਏਗਾ। ਸੋ ਬਾਕੀ ਡਿਟੇਲ ਦੇ ਵਿੱਚ ਵੀ ਅਸੀਂ ਗੱਲ ਕਰਦੇ ਰਵਾਂਗੇ। ਜਿਵੇਂ ਮੈਮ ਤੁਸੀਂ ਗੱਲ ਕੀਤੀ ਹੈਗੀ ਆ ਏਜ, ਆਪਾਂ ਪਹਿਲਾਂ ਏਜ ਨੂੰ ਲੈ ਲੈਂਦੇ ਹਾਂ ਕਿ 30 ਤੋਂ ਪਹਿਲਾਂ ਹੀ ਜਾ ਸਕਦੇ ਨੇ, ਜੋ ਆਫਟਰ 30 ਵਾਲੇ ਵੀ ਜਾ ਸਕਦੇ ਨੇ ਜੇਕਰ ਕਿਸੇ ਦੀ 30 ਤੋਂ ਉੱਪਰ ਹੋ ਜਾਂਦੀ ਹੈ। ਪਰ ਉਹੀ ਪੁਆਇੰਟ ਜਿਹੜਾ ਕਿਤੇ ਹੋਰ, ਚਾਹੇ ਐਜੂਕੇਸ਼ਨ ਦੇ ਵਿੱਚ, ਚਾਹੇ ਉੱਦਾਂ ਆਪਾਂ ਕੈਲਕੂਲੇਟ ਕਰ ਲਈਏ ਜਾਂ ਕੁਝ ਹੋ ਸਕਦਾ ਇੱਦਾਂ। ਬਿਲਕੁਲ। ਅਗਰ ਤੁਸੀਂ 30 ਇਅਰਸ ਦੀ ਏਜ ਤੱਕ ਹੈਗੇ ਹੋ, ਇਹਦੇ ਤੁਹਾਨੂੰ ਮੈਕਸਿਮਮ ਪੁਆਇੰਟ ਮਿਲਦੇ ਨੇ। ਐਲੀਜੀਬਿਲਿਟੀ ਤੁਹਾਡੀ ਜਿਹੜੀ ਹੈਗੀ ਆ ਉਹ 46 ਤੱਕ ਜਾਂਦੀ ਹੈ। 45 ਤੋਂ ਬਾਅਦ ਤੁਹਾਨੂੰ ਕੋਈ ਪੁਆਇੰਟਸ ਨਹੀਂ ਮਿਲਦੇ ਅਨਫੋਰਚੂਨੇਟਲੀ। ਬਟ ਤੁਸੀਂ ਬੜਾ ਵਧੀਆ ਕੁਐਸਚਨ ਮੈਨੂੰ ਪੁੱਛਿਆ। 30 ਤੋਂ ਪਹਿਲਾਂ ਅਗਰ ਤੁਹਾਡੀ ਉਮਰ ਹੋਏਗੀ, ਤੁਹਾਨੂੰ 110 ਪੁਆਇੰਟ ਮਤਲਬ ਫੁੱਲ ਪੁਆਇੰਟਸ ਫॉर योर ਏਜ ਮਿਲਣਗੇ, ਜਿਹਨੂੰ ਆਪਾਂ ਹਿਊਮਨ ਫੈਕਟਰਸ ਦੇ ਵਿੱਚ ਕਹਿ ਦਿੰਦੇ ਆ। ਲੇਕਿਨ 30 ਤੋਂ ਬਾਅਦ ਅਗਰ ਤੁਹਾਡੇ ਪੁਆਇੰਟਸ ਬੰਦੇ ਨੇ ਤਾਂ ਫॉर ਐਗਜ਼ਾਮਪਲ ਤੁਸੀਂ 31 ਹੋ ਗਏ, ਯੂ ਵਿਲ ਲੂਜ਼ 5 ਪੁਆਇੰਟਸ ਔਨ योर ਏਜ। ਤੁਸੀਂ 32 ਹੋ ਗਏ, ਤੁਸੀਂ an additional 5 points lose ਕਰ ਜੋਗੇ। So by the time if you are 36 or 37, ਤੁਹਾਡੇ ਤੁਸੀਂ ਮਲਟੀਪਲਾਈ ਕਰ ਲਓ 5 into the years that you have lost, ਤੁਸੀਂ almost 30 to 35 points ਆਪਣੀ ਏਜ ਦੇ ਉੱਤੇ ਲੂਜ਼ ਕਰ ਜੋਗੇ। ਆਲਸੋ ਜਿਵੇਂ ਤੁਸੀਂ ਮੈਨੂੰ ਏਜ ਦਾ ਪੁੱਛਿਆ, ਏਜ ਦੇ ਨਾਲ ਆਪਣਾ ਇੱਕ ਫੈਕਟਰ ਆ ਜਾਂਦਾ ਹੈ ਸਪਾਊਸ। ਅਗਰ ਤੁਸੀਂ ਮੈਰਿਡ ਹੋ, ਤੁਹਾਨੂੰ ਉਹੀ ਏਜ ਦੇ ਪੁਆਇੰਟਸ ਤੁਹਾਡੇ 5 ਪੁਆਇੰਟ ਹੋਰ ਕੱਟ ਜਾਣਗੇ। ਫॉर एग्जांपल if my age is today 30, I will get 110 points, ਪੂਰੇ ਪੁਆਇੰਟ ਮਿਲਣਗੇ। ਬਟ ਅਗਰ ਮੈਂ ਮੈਰਿਡ ਹਾਂ ਤੇ ਮੇਰਾ ਸਪਾਊਸ ਮੈਨੂੰ ਅਕੰਪਨੀ ਕਰ ਰਿਹਾ ਹੈ ਤਾਂ 110 ਪੁਆਇੰਟ ਮੇਰੇ 105 ਰਹਿ ਜਾਣਗੇ। ਸੋ ਦਿਸ ਇਜ਼ ਹਾਊ ਦ ਕੈਲਕੂਲੇਸ਼ਨ ਆਫ ਏਜ ਗੋਜ਼। ਆਪਣੀ ਏਜ 45 ਤੱਕ ਤੁਸੀਂ ਸੋਚ ਲਓ। ਅਗਰ I would not recommend anybody who is 45 to calculate करो, एलिजिबिलिटी बैठेगी, कोई प्रॉब्लम नहीं है। बट क्या सानू एडमिशन जिवें कॉलेज च मिलेगी, 70% वाला बच्चा भी पास हो गया, बट क्या उन्होंने ओदे कॉलेज दे विच जिहड़ा प्रेफर्ड हैगा ओदे च एडमिशन मिलेगी? दैट इज़ द क्वेश्चन। एग्जैक्टली ਇਹਦੇ ਵਿੱਚ ਵੀ ਇਹੀ ਚੀਜ਼ ਹੈ। ਤੁਸੀਂ ਐਲੀਜੀਬਲ ਹੋ ਜਾਓਗੇ, ਤੁਸੀਂ 40 ਸਾਲ ਦੇ ਵੀ ਹੋ ਤਾਂ ਵੀ ਐਲੀਜੀਬਲ ਹੋ, ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ, ਬੈਚਲਰਸ ਡਿਗਰੀ ਹੈ, ਪੁਆਇੰਟਸ ਤੁਹਾਡੇ ਬਣ ਜਾਣਗੇ, 400 ਬਣੇਗਾ, 350 ਬਣੇਗਾ, ਪੁਆਇੰਟਸ ਬਣਨਗੇ। ਬਟ ਕਿਆ ਤੁਹਾਨੂੰ ਇਨਵੀਟੇਸ਼ਨ ਆਏਗਾ ਕੈਨੇਡੀਅਨ ਇਮੀਗ੍ਰੇਸ਼ਨ ਤੋਂ? ਦੈਟ ਇਜ਼ ਦ ਕੁਐਸਚਨ। ਓਕੇ। ਤੇ ਬਾਈ ਚਾਂਸ ਜਦੋਂ ਏਜ 30 ਤੋਂ ਅਬਵ ਹੋ ਗਈ, ਫਿਰ ਇਹ ਪੁਆਇੰਟਸ ਨੂੰ ਆਪਾਂ ਲਾਈਕ ਆਇਲਸ ਸਕੋਰ ਜਾਂ ਐਜੂਕੇਸ਼ਨ ਦੇ ਪਰਸੈਂਟੇਜ ਜਾਂ ਕਿਸੇ ਹੋਰ ਚੀਜ਼ ਤੋਂ ਆਪਾਂ ਕੰਪਲੀਟ ਕਰ ਸਕਦੇ ਹਾਂ, ਪੂਰੇ ਕਰ ਸਕਦੇ ਹਾਂ? ਬਿਲਕੁਲ, ਐਕਸਲੈਂਟ ਕੁਐਸਚਨ ਵਨਸ ਅਗੇਨ। ਏਜ ਇੱਕ ਇਹੋ ਜਿਹਾ ਫੈਕਟਰ ਹੈ ਜਿਹਨੂੰ ਆਪਾਂ ਰਿਵਾਈਜ਼ ਨਹੀਂ ਕਰ ਸਕਦੇ, ਜਿਹਦੇ ਤੇ ਆਪਾਂ ਪੁਆਇੰਟਸ ਗੇਨ ਨਹੀਂ ਕਰ ਸਕਦੇ। ਆਲਮੋਸਟ ਇਹ ਹੋ ਜਾਂਦਾ ਨਾ ਕਿ ਠੀਕ ਹੈ 30 ਤੋਂ ਪਹਿਲਾਂ ਸਭ ਨੂੰ ਹੁੰਦਾ ਕਿ ਸਟੱਡੀ ਵੀਜ਼ਾ ਤੇ ਚੱਲ ਜਾਈਏ, ਆਫਟਰ 30 ਜਦੋਂ ਮੈਰਿਜ ਹੁੰਦੀ ਆ, ਫੈਮਿਲੀ ਸੈਟਲ ਹੁੰਦੀ ਆ, ਫਿਰ ਹੀ ਸਭ ਸੋਚਦੇ ਨੇ ਕਿ ਅਸੀਂ ਪੀਆਰ ਤੇ ਚਲੇ ਜਾਈਏ। ਬਿਲਕੁਲ, ਐਬਸੋਲੂਟਲੀ ਕਰੈਕਟ। ਤੇ ਇਹਦੇ ਚ ਆਪਾਂ ਕੋਲ ਹੁਣ ਆਪਸ਼ਨਸ ਕੀ ਰਹਿ ਗਏ? ਆਪਾਂ ਆਪਣੇ ਪੁਆਇੰਟਸ ਕਿਵੇਂ ਵਧਾਈਏ? ਏਜ ਤੋਂ ਆਪਾਂ ਪੁਆਇੰਟਸ ਲੂਜ਼ ਕਰ ਲਈਏ, ਹੁਣ ਆਪਾਂ ਆਪਣੇ ਪੁਆਇੰਟਸ ਕਿਵੇਂ ਵਧਾ ਸਕਦੇ ਆ? ਆਇਲਸ ਦੇ ਰਾਹੀਂ ਆਪਾਂ ਆਪਣੇ ਪੁਆਇੰਟਸ ਜਿਹੜੇ ਇਨਕਰੀਜ਼ ਕਰ ਸਕਦੇ ਆ। ਕੈਨੇਡੀਅਨ ਇਮੀਗ੍ਰੇਸ਼ਨ ਚ ਆਪਾਂ ਇਹਨੂੰ ਕਹਿੰਦੇ ਆ 골ਡਨ ਸਕੋਰ। ਮਤਲਬ ਮੇਰੇ 8 ਹੋਣੇ ਚਾਹੀਦੇ ਨੇ ਲਿਸਨਿੰਗ ਦੇ ਵਿੱਚ ਤੇ ਬਾਕੀ ਸਾਰਿਆਂ 'ਚ 7 ਹੋਣੇ ਚਾਹੀਦੇ ਨੇ ਰੀਡਿੰਗ, ਰਾਈਟਿੰਗ, ਸਪੀਕਿੰਗ ਦੇ ਵਿੱਚ। ਅਗਰ ਮੇਰੇ ਕੋਲ 8777 ਦਾ ਸਕੋਰ ਆ ਜਾਂਦਾ ਹੈ ਤਾਂ ਮੇਰੇ ਆਟੋਮੈਟਿਕਲੀ ਆਪਣੇ ਆਪ 50 ਪੁਆਇੰਟ ਸਿੱਧੇ ਵੱਜ ਜਾਂਦੇ ਨੇ ਐਕਸਪ੍ਰੈਸ ਐਂਟਰੀ ਦੇ ਅੰਡਰ। ਬਹੁਤ ਕਲਾਇੰਟ ਸਾਨੂੰ ਕਾਲ ਕਰਦੇ ਨੇ, ਉਹ ਕਹਿੰਦੇ ਆ ਕਿ ਮੈਮ 6.5 ਬੈਂਡ ਆਈ, ਇਸ ਤੋਂ ਉੱਤੇ ਨਹੀਂ ਆ ਸਕਦੇ, 2 ਵਾਰੀ ਦੇਤਾ, 3 ਵਾਰੀ ਦੇਤਾ। ਇਟ ਟੋਟਲੀ ਡਿਪੈਂਡਸ ਹਾਊ ਬੈਡਲੀ ਯੂ ਵਾਂਟ ਕੈਨੇਡੀਅਨ ਇਮੀਗ੍ਰੇਸ਼ਨ। ਤੁਹਾਨੂੰ ਕਿੰਨੀ ਯੂ ਹੈਵ ਦੈਟ ਹੰਗਰ ਟੂ ਬੀ ਇਨ ਕੈਨੇਡਾ, ਤੁਹਾਨੂੰ ਕਿੰਨੀ PR ਚਾਹੀਦੀ ਹੈ ਕੈਨੇਡਾ ਦੀ, ਉਹਦੇ ਤੇ ਡਿਪੈਂਡ ਕਰਦਾ ਹੈ। 8777 ਤੋਂ ਉੱਤੇ ਵੀ ਤੁਸੀਂ ਅਗਰ ਸਕੋਰ ਲਿਆਓਗੇ, ਸਪੋਜ਼ ਤੁਹਾਡੇ 888 ਸਭ 'ਚ ਆ ਜਾਣ, ਤਾਂ ਤੁਹਾਡਾ ਸਕੋਰ ਹੋਰ ਵੱਧ ਜਾਏਗਾ, 55 ਦਾ 60 ਪੁਆਇੰਟਸ ਹੋ ਜਾਏਗਾ। ਸੋ ਦਿਸ ਇਜ਼ ਵਨ ਫੈਕਟਰ ਵੇਅਰ ਯੂ ਕੈਨ ਇੰਪਰੂਵ ਔਨ ਯੋਰ ਸਕੋਰ। ਐਂਡ ਸੈਕੰਡਲੀ, ਬਹੁਤ ਲੋਕਾਂ ਨੇ ਫ੍ਰੈਂਚ ਕੀਤੀ ਹੁੰਦੀ ਹੈ, ਸਪੈਸ਼ਲੀ ਆਪਣੇ ਜਿਹੜੇ ਅਗਰ ਆਪਾਂ ਪੰਜਾਬ ਸਾਈਡ ਜਾਂ ਅਗਰ ਆਪਾਂ ਦਿੱਲੀ ਸਾਈਡ ਦੇ ਲੋਕਾਂ ਨੂੰ ਦੇਖੀਏ, ਮਹਾਰਾਸ਼ਟਰ, ਬੰਬੇ,
people are interested in understanding and learning a new language. ਅਗਰ ਤੁਸੀਂ 6 ਮਹੀਨੇ ਦੀ ਵੀ ਫ੍ਰੈਂਚ ਕੀਤੀ ਹੋਈ ਹੈ ਤਾਂ ਪਲੀਜ਼ ਫ੍ਰੈਂਚ ਦਾ ਐਗਜ਼ਾਮ ਦੇਣ ਤੋਂ ਨਾ ਡਰੋ, ਟਰਾਈ ਐਂਡ ਵਰਕ ਆਊਟ ਐਨੀ ਵਿਚ ਵੇਜ਼। ਅਗਰ ਤੁਹਾਡੀ PR ਦੇ ਸਕੋਰ ਨਹੀਂ ਬਣਦੇ ਪਏ, ਫ੍ਰੈਂਚ ਕਰਨ ਨਾਲ ਤੁਹਾਨੂੰ 50 ਪੁਆਇੰਟ ਸਿੱਧੇ ਸਿੱਧੇ ਮਿਲ ਜਾਂਦੇ ਨੇ। ਸੋ ਦੈਟ ਇਜ਼ ਅਨਦਰ ਫੈਕਟਰ ਵੇਅਰ ਤੁਸੀਂ ਆਪਣੀ ਫਾਈਲ ਨੂੰ ਇੰਪਰੂਵ ਕਰ ਸਕਦੇ ਹੋ। ਸੋ ਅੱਗੇ ਚੱਲਾਂਗੇ ਆਪਾਂ, ਹੋਰ ਵੀ ਬਹੁਤ ਸਾਰੇ ਪ੍ਰੋਗਰਾਮਸ ਹੈ ਏਜ ਦੇ ਰਿਗਾਰਡਿੰਗ, ਕਿ ਕਈ ਵਾਰੀ ਬੰਦਾ ਕਹਿੰਦਾ ਕਿ ਮੇਰਾ ਨਹੀਂ ਕੁਝ ਬਣ ਰਿਹਾ, ਮੇਰੇ ਨਹੀਂ ਪੁਆਇੰਟਸ ਦੇ ਬੇਸਿਸ ਦੇ ਉੱਤੇ ਮੈਨੂੰ ਐਕਸਪ੍ਰੈਸ ਐਂਟਰੀ ਆਪਸ਼ਨ ਆ ਰਹੀ, ਤਾਂ ਆਪਣੇ ਕੋਲ ਹੋਰ ਬਹੁਤ PR ਦੇ ਆਪਸ਼ਨਸ ਹੁੰਦੇ ਨੇ, ਜਿਵੇਂ ਪ੍ਰੋਵਿਜ਼ਨਲ ਨੋਮੀਨੇਸ਼ਨ ਪ੍ਰੋਗਰਾਮਸ, ਜਿਹਦੇ ਬਾਰੇ ਆਪਾਂ ਹੁਣੇ ਡਿਸਕਸ ਕਰਾਂਗੇ। ਬਿਲਕੁਲ ਜੀ, ਹਾਂਜੀ। ਹੁਣ ਮੈਂ ਇਹੀ ਚਾਹੁੰਦੀ ਹਾਂ ਕਿ ਇਹੀ ਪ੍ਰੋਗਰਾਮ ਤੁਸੀਂ, ਕਿਉਂਕਿ ਐਕਸਪ੍ਰੈਸ ਐਂਟਰੀ ਤੋਂ ਇਲਾਵਾ ਕਿਹੜੇ ਪ੍ਰੋਗਰਾਮਸ ਨੇ ਉਹਨਾਂ ਦੀ ਥੋੜੀ ਜਿਹੀ ਡਿਟੇਲ ਦੇ ਵਿੱਚ ਆਪਾਂ ਦੱਸ ਦਿੰਦੇ ਹਾਂ ਨਾ। ਬਿਲਕੁਲ ਜੀ, ਹਾਂਜੀ, ਦੇਖੋ ਆਪਾਂ ਨੂੰ ਐਕਸਪ੍ਰੈਸ ਐਂਟਰੀ ਬਾਰੇ ਮੋਸਟਲੀ ਸਾਰੇ ਕਲਾਇੰਟਸ ਨੂੰ ਪਤਾ ਹੁੰਦਾ ਹੈ। ਮੋਸਟਲੀ ਐਵਰੀਬਡੀ ਇਜ਼ ਅਵੇਅਰ ਅਬਾਊਟ ਬੇਸਿਕ ਕੈਲਕੂਲੇਸ਼ਨ ਕਿਵੇਂ ਕਰਨੀ ਹੈ, ਆਪਣਾ ਕੰਪਰੀਹੈਂਸਿਵ ਰੈਂਕਿੰਗ ਸਕੋਰ ਜਿਹੜਾ ਆਪਾਂ ਹੁਣੇ ਡਿਸਕਸ ਕਰ ਰਹੇ ਹਾਂ। ਆਰਾਮ ਨਾਲ ਤੁਸੀਂ ਜਾ ਕੇ ਕੈਨੇਡਾ ਦੀ ਵੈਬਸਾਈਟ 'ਤੇ ਜਾ ਕੇ ਵੀ ਆਪਣਾ ਸਕੋਰ ਕੈਲਕੂਲੇਟ ਕਰ ਸਕਦੇ ਹੋ, ਬਟ ਦੈਨ ਆਪਾਂ ਨੂੰ ਦੂਜੇ ਪ੍ਰੋਗਰਾਮਸ ਦੀ ਪਤਾ ਨਹੀਂ ਹੁੰਦਾ। ਹੁਣ ਅਗਰ ਮੈਂ ਤੁਹਾਨੂੰ ਕੱਟ ਆਫ ਦੀ ਗੱਲ ਦੱਸ ਰਹੀ ਹਾਂ, ਫੈਡਰਲ ਸਕਿੱਲ ਵਰਕਰ ਕੈਟੇਗਰੀ ਦਾ ਜਿਹੜੀ ਕੱਟ ਆਫ ਹੈਗੀ ਹੈ ਐਕਸਪ੍ਰੈਸ ਐਂਟਰੀ ਦੇ ਅੰਡਰ, ਉਹਦਾ ਕੋਈ ਵੀ ਡਰਾ ਹੈਲਡ ਨਹੀਂ ਹੋਇਆ 2000 ਦਸੰਬਰ 20 ਤੋਂ ਬਾਅਦ। ਦਸੰਬਰ 2020 ਤੋਂ ਬਾਅਦ ਇੱਕ ਡਰਾ ਨਹੀਂ ਹੋਇਆ, ਤੇ ਉਸ ਕਰਕੇ ਬਹੁਤ ਕਲਾਇੰਟਸ ਇਸ ਟਾਈਮ ਤੇ ਪਰੇਸ਼ਾਨ ਨੇ। 470 ਤੇ ਵੀ ਸਾਡੀਆਂ ਫਾਈਲਾਂ ਲੱਗੀਆਂ ਹੋਈਆਂ, ਲੇਕਿਨ ਕੋਈ ਡਰਾ ਹੀ ਨਹੀਂ ਨਿਕਲ ਰਿਹਾ, ਤਾਂ ਇਨਵੀਟੇਸ਼ਨ ਕਿੱਥੋਂ ਆਏਗਾ? ਬਟ ਦੇਰ ਇਜ਼ ਨਥਿੰਗ ਟੂ ਵਰੀ, ਦ ਡਰਾ ਸਿਰਫ ਇਸ ਕਰਕੇ ਨਹੀਂ ਨਿਕਲ ਰਿਹਾ ਬਿਕੋਜ਼ ਆਫ ਕੋਵਿਡ। ਪਿਓਰਲੀ ਕੋਵਿਡ ਦਾ ਇੱਕ ਰੀਜ਼ਨ ਹੈ ਜਿਹਦੇ ਕਰਕੇ ਡਰਾ ਨਹੀਂ ਨਿਕਲ ਰਿਹਾ। ਉਹਨਾਂ ਨੂੰ ਇਹ ਹੈ ਕਿ ਅਸੀਂ ਬਾਹਰ ਦੇ ਬੰਦੇ ਨੂੰ ਇਨਵਾਈਟ ਇਸ ਕਰਕੇ ਨਹੀਂ ਕਰ ਪਾਵਾਂਗੇ, ਮੈਡੀਕਲ ਨਹੀਂ ਹੋ ਪਾ ਰਹੇ, ਬਾਇਓਮੈਟ੍ਰਿਕਸ ਨਹੀਂ ਹੋ ਪਾ ਰਹੇ, ਦੇਰ ਫਲਾਈਟਸ ਨਹੀਂ ਚੱਲ ਰਹੀਆਂ, ਜਿਸ ਕਰਕੇ ਉਹ ਆਊਟਸਾਈਡ ਕੈਨੇਡਾ ਦੇ ਲੋਕਾਂ ਦੇ ਉੱਤੇ ਜ਼ਿਆਦਾ ਫੋਕਸ ਇਸ ਟਾਈਮ ਤੇ ਨਹੀਂ ਕਰ ਰਹੇ। ਦੇ ਆਰ ਮੇਜਰਲੀ ਫੋਕਸਿੰਗ ਔਨ ਵਿਦਨ ਕੈਨੇਡਾ ਐਪਲੀਕੈਂਟਸ। ਨਾਓ ਕਮਿੰਗ ਟੂ PNP ਪ੍ਰੋਗਰਾਮਸ ਕੀ ਹੁੰਦੇ ਨੇ। ਹੁਣ ਫੋਰ ਐਗਜ਼ਾਮਪਲ ਤੁਹਾਡੀ ਏਜ 35 ਹੈਗੀ ਹੈ, ਤੇ ਤੁਹਾਡੇ ਕੋਲ ਬੈਚਲਰਸ ਡਿਗਰੀ ਹੈਗੀ ਹੈ ਜਾਂ ਮਾਸਟਰਸ ਵੀ ਹੈਗੀ ਹੈ, ਲੇਕਿਨ ਤੁਹਾਡੇ ਕੋਲ ਐਕਸਟੈਂਸਿਵ ਐਕਸਪੀਰੀਅੰਸ ਹੈ, ਤੁਸੀਂ 40 ਦੇ ਕਰੀਬ ਟੱਚ ਕਰ ਗਏ, ਹੁਣ ਤੁਹਾਡੇ ਕੋਲ ਐਕਸਟੈਂਸਿਵ ਐਕਸਪੀਰੀਅੰਸ ਹੈ, ਯੂ ਹੈਵ ਮਾਸਟਰਸ ਡਿਗਰੀ ਵਿਦ ਯੂ, ਯੂ ਆਰ ਮੈਰਿਡ ਵਿਦ 2 ਕਿਡਸ, ਤੁਸੀਂ ਤਾਂ ਕਹੋਗੇ ਮੈਮ ਤਾਂ ਮੇਰਾ ਐਕਸਪ੍ਰੈਸ ਐਂਟਰੀ 'ਚ ਕੁਛ ਨਹੀਂ ਬਣਨਾ ਬਿਕੋਜ਼ ਆਈ ਹੈਵ ਆਲਰੇਡੀ ਲੋਸਟ ਪੁਆਇੰਟਸ ਬਿਕੋਜ਼ ਆਫ ਮਾਈ ਏਜ। ਬਟ ਇੱਥੇ ਆਪਣੇ ਕੋਲ ਆਪਸ਼ਨਸ ਆ ਜਾਂਦੇ ਨੇ PNP ਦੇ, ਜਿਨ੍ਹਾਂ ਨੂੰ ਆਪਾਂ ਫੁੱਲ ਫਾਰਮ ਅਗਰ ਕਹੀਏ ਤਾਂ ਪ੍ਰੋਵਿਜ਼ਨਲ ਨੋਮੀਨੇਸ਼ਨ ਪ੍ਰੋਗਰਾਮਸ ਇਹਨਾਂ ਨੂੰ ਆਪਾਂ ਕਹਿੰਦੇ ਹਾਂ। ਤੇ ਇਹ ਜਿਹੜੇ ਪ੍ਰੋਗਰਾਮਸ ਹੁੰਦੇ ਆ, ਫੋਰ ਐਗਜ਼ਾਮਪਲ ਅਗੇਨ ਲੇਮੈਨ 'ਚ ਮੈਂ ਸਮਝਾਵਾਂਗੀ, ਇੰਡੀਆ 'ਚ ਜਿਵੇਂ ਸਾਡੀਆਂ ਸਟੇਟਸ ਹੁੰਦੀਆਂ, ਫੋਰ ਐਗਜ਼ਾਮਪਲ ਪੰਜਾਬ ਹੋ ਗਿਆ, ਮਹਾਰਾਸ਼ਟਰ ਹੋ ਗਿਆ, ਗੁਜਰਾਤ ਹੋ ਗਿਆ, ਉੱਦਾਂ ਹੀ ਕੈਨੇਡਾ ਇਹ ਸਟੇਟਸ ਨੂੰ ਪ੍ਰੋਵਿੰਸਿਸ ਕਹਿੰਦਾ ਹੈ। ਹਰ ਪ੍ਰੋਵਿੰਸ ਕੋਲ ਆਪਣੀ ਇੱਕ ਰਾਈਟ ਦਿੱਤੀ ਗਈ ਹੈ ਗਵਰਨਮੈਂਟ ਵੱਲੋਂ ਕਿ ਉਹ ਆਪਣੀ ਇਕੋਨਮੀ ਬੂਸਟ ਕਰਨ ਲਈ ਆਪਣੇ ਹਿਸਾਬ ਦੇ ਨਾਲ ਆਕਿਊਪੇਸ਼ਨ ਜਿਹੜੀਆਂ ਉਹਨਾਂ ਨੂੰ ਡਿਮਾਂਡ 'ਚ ਹੈਗੀਆਂ, ਉਹਦੇ ਬੇਸਿਸ ਤੇ ਇਮੀਗ੍ਰੈਂਟਸ ਨੂੰ ਇਨਵਾਈਟ ਕਰ ਸਕਣ। ਤਾਂ ਇਹਨੂੰ ਆਪਾਂ, ਮੈਂ ਤੁਹਾਨੂੰ ਸਮਝਾਤਾ, PNP ਕਹਿੰਦੇ ਆ। ਹੁਣ ਕਿੰਨੇ ਸਟੇਟਸ ਹੈਗੇ ਨੇ ਕੈਨੇਡਾ ਦੇ ਵਿੱਚ? 10 ਸਟੇਟ ਹੈਗੇ ਨੇ ਕੈਨੇਡਾ 'ਚ, 10 ਪ੍ਰੋਵਿੰਸਸ ਕੈਨੇਡਾ ਦੇ ਵਿੱਚ ਹੈਗੇ ਨੇ, ਤੇ 3 ਆਪਣੇ ਕੋਲ ਉੱਥੇ ਟੈਰੀਟਰੀਜ਼ ਹੈਗੀਆਂ ਨੇ। ਸੋ 13 ਅਗਰ ਆਪਾਂ ਪ੍ਰੋਵਿੰਸਸ, 13 ਸਟੇਟਸ ਆਪਾਂ ਟੋਟਲ ਕਰ ਲੈਂਦੇ ਆ। ਉਹ 13 ਸਟੇਟਸ ਦੇ ਆਪਣੇ ਪ੍ਰੋਗਰਾਮਸ ਨੇ। ਬਹੁਤ ਸਾਰੀਆਂ ਸਟੇਟਸ ਇਹੋ ਜਿਹੀਆਂ ਜਿਹੜੀਆਂ ਜੌਬ ਆਫਰ ਤੋਂ ਬਿਨਾਂ ਤੁਹਾਨੂੰ ਬਿਲਕੁਲ ਇਨਵਾਈਟ ਨਹੀਂ ਭੇਜਣਗੀਆਂ, ਬਟ ਆਪਾਂ ਉਹਨਾਂ ਦੇ ਬਾਰੇ ਅੱਜ ਗੱਲ ਨਹੀਂ ਕਰਾਂਗੇ। ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਜਿੱਥੇ ਤੁਸੀਂ ਆਪਣੇ ਸਕੋਰ ਕੈਲਕੂਲੇਟ ਕਰਕੇ ਆਪਣੇ PR ਦੀ ਡ੍ਰੀਮ ਫੁਲਫਿਲ ਕਰ ਸਕਦੇ ਹੋ। Talking about Saskatchewan. Saskatchewan is one of the most prominent provinces as of now for PR. Unfortunately, India 'ਚ ਲੋਕਾਂ ਨੂੰ ਇਹਦੇ ਬਾਰੇ knowledge ਨਹੀਂ ਹੈਗੀ, but this is one PNP program ਜਿਹੜਾ ਬਹੁਤ ਐਕਟਿਵ ਹੈਗਾ PR ਦੇਣ ਲਈ ਆਊਟਸਾਈਡ ਕੈਨੇਡਾ ਦੇ ਐਪਲੀਕੈਂਟਸ ਨੂੰ। ਅਗਰ ਮੈਂ ਇਹਦਾ ਟੋਟਲ ਦੱਸਾਂ ਕਿ ਕਿਵੇਂ ਇਹਦਾ ਪੁਆਇੰਟਸ ਕੈਲਕੂਲੇਟ ਹੁੰਦੇ ਨੇ, eligibility ਦੇ ਵਿੱਚ again same factors are considered. For example, your age. ਇਹਦੇ 'ਚ best part ਇਹ ਹੈ, till the time you're 18 to 35, till 35 you get maximum points which is 12. Total points ਕਿੰਨੇ ਸਾਡੇ ਹੁੰਦੇ ਨੇ ਕੈਲਕੂਲੇਸ਼ਨ ਨਹੀਂ 100, ਠੀਕ ਹੈ ਜੀ। eligibility ਸਾਡੀ ਕਿੰਨੀ ਚਾਹੀਦੀ ਹੈ? 60 ਦੀ, 60 ਦੀ eligibility ਬਣਾਉਣੀ ਹੈ ਆਪਾਂ। ਸਾਨੂੰ ਏਜ ਦੇ ਅਪ ਟੂ 35 ਮੈਕਸਿਮਮ ਪੁਆਇੰਟਸ ਮਿਲਣਗੇ। ਮਾਸਟਰਸ ਡਿਗਰੀ ਹੋਏਗੀ, ਮੈਕਸਿਮਮ 23 ਪੁਆਇੰਟਸ ਮਿਲਣਗੇ। 10 ਸਾਲ ਦਾ ਐਕਸਪੀਰੀਅੰਸ ਹੈਗਾ, ਐਕਸਲੈਂਟ, ਪਿਛਲੇ 5 ਸਾਲ ਦੇ ਤੁਹਾਨੂੰ 15 ਪੁਆਇੰਟ ਮਿਲਣਗੇ, ਉਸ ਤੋਂ ਫਿਰ ਪਿਛਲੇ 5 ਸਾਲ ਦੇ ਤੁਹਾਨੂੰ ਐਡੀਸ਼ਨਲ 5 ਪੁਆਇੰਟ ਮਿਲਣਗੇ। ਸੋ ਯੂ ਗੈਟ ਪੁਆਇੰਟਸ ਦੇਅਰ ਐਜ਼ ਵੈਲ। ਥੀਸ ਆਰ ਦ ਫੈਕਟਰਸ। ਅਗੇਨ IELTS ਸਕੋਰ CLB 9 ਨਹੀਂ ਸਾਨੂੰ ਚਾਹੀਦਾ, CLB 8 ਸਾਨੂੰ ਚਾਹੀਦਾ ਹੈ। ਤਾਂ ਇਹ ਸਾਰੇ ਪੁਆਇੰਟਸ ਅਗਰ ਆਪਾਂ ਟੋਟਲ ਕਰਾਂਗੇ, ਇਫ ਯੂ ਆਰ ਮਾਸਟਰਸ, ਇਫ ਯੂ ਆਰ ਅੰਡਰ ਦੀ ਏਜ ਆਫ 35, 10 years of experience, CLB 8, ਅਗਰ
ਤੁਹਾਡੇ ਕੋਲ ਇਹ 4 ਆਪਸ਼ਨਸ ਹੈਗੇ ਨੇ, ਤੁਹਾਡਾ ਸਕੋਰ 70 ਬਣੇਗਾ ਸਿੱਧਾ ਸਿੱਧਾ। ਐਂਡ ਕਰੰਟਲੀ ਕਟ ਆਫ ਜਿਹੜੀ ਸਸਕੈਚੁਅਨ ਦੀ ਜਾ ਰਹੀ ਹੈ ਉਹ 70 ਜਾ ਰਹੀ ਹੈ। ਐਂਡ ਸਸਕੈਚੁਅਨ ਦੀ ਜਿਹੜੀ ਕਟ ਆਫ ਹੈ ਉਹ ਬਹੁਤ ਵੇਰੀਡ ਚਲਦੀ ਹੈ। ਪਿਛਲੇ ਹੁਣੇ 3 ਹਫ਼ਤੇ ਪਹਿਲਾਂ ਜਿਹੜੀ ਸਸਕੈਚੁਅਨ ਦੀ ਕਟ ਆਫ ਨਿਕਲੀ ਸੀ, ਡਰਾਅ ਦੀ ਨਿਕਲੀ ਸੀ, ਦੈਟ ਵਾਸ 65। ਉਹਨਾਂ ਨੇ ਬਹੁਤ ਐਕਸਕਲੂਸਿਵ ਨੌਕ ਕੋਡਸ ਨੂੰ ਇਨਵੀਟੇਸ਼ਨ ਦਿੱਤੇ। ਉਸ ਤੋਂ ਬਾਅਦ ਇਹਦੇ 'ਚ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ ਨੋਟ ਕਰਨ ਵਾਲੀ, ਸਸਕੈਚੁਅਨ ਨੇ ਆਪਣੀ ਐਕਸਕਲੂਡਡ ਆਕੂਪੇਸ਼ਨ ਦੀ ਲਿਸਟ ਬਣਾਈ ਹੋਈ ਹੈਗੀ ਹੈ। ਫੋਰ ਐਗਜ਼ਾਮਪਲ ਅਗਰ ਤੁਸੀਂ ਕਿੰਡਰਗਾਰਟਨ ਟੀਚਰ ਹੈਗੇ ਹੋ ਤਾਂ ਸਸਕੈਚੁਅਨ ਨੂੰ ਉਹ ਤਰੀਕੇ ਦੇ ਲੋਕਾਂ ਦੀ ਇਨਵੀਟੇਸ਼ਨ ਨਹੀਂ ਕਰਨੀ। ਸੋ ਦੈਟਸ ਦ ਰੀਜ਼ਨ ਆਪਾਂ ਨੂੰ ਪਹਿਲਾਂ ਆਪਣੀ ਜੌਬ ਆਕੂਪੇਸ਼ਨ ਜ਼ਰੂਰ ਚੈੱਕ ਕਰਨੀ ਹੈ। ਤੁਸੀਂ ਸਾਡੇ ਨਾਲ ਟੱਚ ਬੇਸ ਬਣਾ ਸਕਦੇ ਹੋ ਐਂਡ ਵੀ ਕੈਨ ਅਸਿਸਟ ਯੂ ਬੈਟਰ ਔਨ ਦੈਟ। ਤੇ ਉਸ ਤੋਂ ਅਗਰ ਤੁਹਾਡੀ ਐਲੀਜੀਬਿਲਿਟੀ ਬੈਠ ਗਈ, ਪੁਆਇੰਟ ਸਿਸਟਮ ਬਹੁਤ ਹੀ ਅੱਛਾ ਹੈ। ਮੇਰੇ ਕੋਲ ਬਹੁਤ ਕਲਾਇੰਟਸ ਆਉਂਦੇ ਨੇ 42 43 ਵਾਲੇ ਜਿਨ੍ਹਾਂ ਦਾ 67 68 ਸਕੋਰ ਬਣਦਾ ਹੈ। ਸੋ ਇਫ ਯੂ ਆਰ ਮੈਰਿਡ with master's degree, extensive experience, get in touch with us and we'll be better able to assist you on that. ਜੀ ਅੱਛਾ, ਇਸ ਕੈਟਾਗਰੀ ਦੇ ਵਿੱਚ ਆਇਲ ਸਕੋਰ ਕਿੰਨਾ ਚਾਹੀਦਾ ਹੋਏਗਾ? CLB 8। ਓਕੇ। ਤੇ ਅੱਛਾ, ਜਦੋਂ ਪੀਆਰ ਦੀ ਗੱਲ ਆਉਂਦੀ ਆਬਵੀਅਸ ਹੈ ਕਿ ਸਭ ਨੂੰ ਹੁੰਦਾ ਕਿ ਆਪਾਂ ਫੁੱਲ ਫੈਮਿਲੀ ਚਾਹੀਏ ਨਾ, ਬੱਚੇ ਵੀ ਹੁੰਦੇ ਨੇ, ਹਸਬੈਂਡ ਵੀ ਹੁੰਦਾ ਹੈਗਾ, ਸੋ ਜਾ ਸਕਦੇ ਨੇ ਬੇਬੀਜ਼ ਨਾਲ, ਬੱਚੇ ਵੀ ਜਾ ਸਕਦੇ ਨੇ ਨਾ? ਬਿਲਕੁਲ। ਆਪਾਂ ਜਦੋਂ ਪੀਆਰ ਲਗਾਉਂਦੇ ਆ ਕੈਨੇਡਾ ਦੇ ਵਿੱਚ, ਤੁਸੀਂ ਸਿੰਗਲ ਹੋ, ਮੈਰਿਡ ਹੋ, ਤੁਹਾਡੇ 2 ਬੱਚੇ ਨੇ, ਤੁਸੀਂ ਅਕੰਪਨਿੰਗ ਸਪਾਊਸ ਜਦੋਂ ਕਰੋਗੇ ਆਪਾਂ ਉਹਨਾਂ ਨੂੰ ਕਹਿ ਦਿੰਦੇ ਆ ਡਿਪੈਂਡੈਂਟਸ। ਤਾਂ ਆਪਾਂ ਸਾਰਿਆਂ ਦਾ ਇੱਕ ਫਾਰਮ ਹੁੰਦਾ ਹੈ ਐਡੀਸ਼ਨਲ ਇਨਫੋਰਮੇਸ਼ਨ ਦਾ, ਡਿਪੈਂਡੈਂਟਸ ਦਾ, ਆਪਾਂ ਉਹਨੂੰ ਨਾਲ ਫਿਲ ਕਰਦੇ ਆ। ਤਾਂ ਜਦੋਂ ਮੇਨ ਐਪਲੀਕੈਂਟ ਨੂੰ ਪੀਆਰ ਮਿਲਦੀ ਹੈ, ਪੂਰੀ ਫੈਮਿਲੀ ਦੇ ਨਾਲ ਪੀਆਰ ਹੋ ਜਾਂਦੀ ਹੈ। ਅਗਰ ਤੁਸੀਂ ਨਾਨ ਅਕੰਪਨਿੰਗ ਕਰੋਗੇ ਸਪਾਊਸ ਨੂੰ, ਫਿਰ ਤੁਹਾਡੇ ਡੈਫੀਨਿਟਲੀ ਸਪਾਊਸ ਤੁਹਾਡੇ ਨਾਲ ਨਹੀਂ ਜਾ ਸਕਦੇ। ਬਟ ਡਿਪੈਂਡੈਂਟ ਇਨਫੋਰਮੇਸ਼ਨ ਅਗਰ ਤੁਸੀਂ ਸਾਰੀ ਦਿੱਤੀ ਹੈ, ਕੰਪਨਿੰਗ ਸਪਾਊਸ ਕੀਤਾ ਹੈ, ਸਭ ਨੂੰ ਇਕੱਠੇ ਪੀਆਰ ਮਿਲਦੀ ਹੈ। ਅੱਛਾ, ਜਿਵੇਂ ਕਿ ਮੇਨ ਐਪਲੀਕੈਂਟ ਦੇ ਆਪਾਂ ਪ੍ਰੋਫਾਈਲ ਦੀ ਗੱਲ ਕੀਤੀ, ਉਹਦੀ ਏਜ ਲਿਮਟ ਦੀ ਵੀ ਗੱਲ ਹੋਗੀ, ਆਇਲ ਸਕੋਰ ਦੀ ਵੀ ਗੱਲ ਹੋਗੀ, ਐਜੂਕੇਸ਼ਨ ਦੀ ਗੱਲ ਹੋਗੀ, ਤਾਂ ਜੋ ਨਾਲ ਸਪਾਊਸ ਹੋਏਗਾ ਉਹਦੀ ਏਜ, ਉਹਦੀ ਐਜੂਕੇਸ਼ਨ, ਇਹ ਵੀ ਸਾਰਾ ਕੁਝ ਮੈਟਰ ਕਰੇਗਾ? ਬਿਲਕੁਲ। ਅਗੇਨ ਅ ਵੈਰੀ ਗੁੱਡ ਕੁਐਸਚਨ। ਐਜ਼ ਆਈ ਸੈਡ ਕਿ ਮੈਰਿਡ ਹੋਣ ਦੇ ਨਾਲ, ਅਕੰਪਨਿੰਗ ਸਪਾਊਸ ਹੋਣ ਦੇ ਨਾਲ ਸਾਡੇ ਬਹੁਤ ਡਿਪੈਂਡ ਕਰਦਾ। ਥੋੜੇ ਬਹੁਤੇ ਪੁਆਇੰਟਸ ਆਪਾਂ ਲੂਜ਼ ਕਰ ਜਾਂਦੇ ਹਾਂ, ਵਿਚ ਇਜ਼ 30 40 ਔਡ ਪੁਆਇੰਟਸ ਆਪਾਂ ਲੂਜ਼ ਕਰ ਜਾਂਦੇ ਹਾਂ ਸਪਾਊਸ ਦੇ ਐਡ ਹੋਣ ਨਾਲ। ਬਟ ਦੈਨ ਤੁਸੀਂ ਉਹ ਪੁਆਇੰਟਸ ਕਿਵੇਂ ਆਪਣੇ ਵਾਪਸ ਐਡਜਸਟ ਕਰ ਸਕਦੇ ਹੋ? ਦਿਸ ਇਜ਼ ਥਰੂ ਦ ਕੁਐਸਚਨ ਦੈਟ ਯੂ ਹੈਵ ਆਸਕਡ। ਅਗਰ ਤੁਹਾਡਾ ਸਪਾਊਸ ਮਾਸਟਰਸ ਹੈਗਾ ਫॉर ਐਗਜ਼ਾਮਪਲ, ਯੋਰ ਸਪਾਊਸ ਇਜ਼ ਗੋਇੰਗ ਟੂ ਗੈਟ ਦੈਟ ਐਡੀਸ਼ਨਲ ਪੁਆਇੰਟਸ ਫॉर ਯੂ। ਅਗਰ ਤੁਹਾਡੇ ਸਪਾਊਸ ਤੁਹਾਡੇ ਨਾਲ ਆਇਲਸ ਦੇ ਲੈਣ ਤੇ ਉਹਨਾਂ ਦਾ ਵੀ 8777 ਆ ਜਾਏ ਜਾਂ ਈਵਨ 6 ਵੀ ਆ ਜਾਏ, ਤਾਂ ਵੀ ਤੁਹਾਨੂੰ ਐਡੀਸ਼ਨਲ 12 ਪੁਆਇੰਟਸ ਮਿਲ ਜਾਣਗੇ। ਤਾਂ ਅਗਰ ਸਪਾਊਸ ਤੁਹਾਡਾ ਫॉर ਐਗਜ਼ਾਮਪਲ 12th ਪਾਸ ਆਊਟ ਹੈ ਐਂਡ ਉਹ ਨਹੀਂ ਆਇਲਸ ਦੇਣਾ ਚਾਹੁੰਦੇ, ਦੈਨ ਡੈਫੀਨਿਟਲੀ ਉਹ ਤੁਹਾਡੇ ਲਈ ਹਿੰਡਰੈਂਸ ਹੋ ਜਾਂਦਾ ਹੈ ਕਿ ਤੁਹਾਡੇ 40 ਪੁਆਇੰਟ ਲੂਜ਼ ਹੋ ਗਏ। ਬਟ ਅਦਰਵਾਈਜ਼ ਇਫ ਯੂਰ ਸਪਾਊਸ ਇਜ਼ ਐਜੂਕੇਟਿਡ ਐਂਡ ਉਹਨਾਂ ਦੀ ਆਪਾਂ ECA ਇਵੈਲੂਏਸ਼ਨ ਜਿਹੜੀ ਕੈਨੇਡਾ ਦੇ ਹਿਸਾਬ ਨਾਲ ਆਪਾਂ ਕਰਾਉਂਦੇ ਆ, ਉਹ ਅਗਰ ਅਟੈਚ ਕਰ ਦਈਏ ਨਾਲ ਤੇ ਨਾਲ ਉਹ ਆਇਲਸ ਦੇ ਦੇਣ, ਦੈਨ ਇਟਸ ਐਬਸੋਲੂਟਲੀ ਫਾਈਨ। ਬਿਲਕੁਲ ਜੀ। ਸੋ ਜੀ ਪੀਆਰ ਦੀ ਗੱਲ ਹੋ ਰਹੀ ਹੈ, ਆਈ ਹੋਪ ਤੁਸੀਂ ਧਿਆਨ ਦੇ ਨਾਲ ਸ਼ੋਅ ਨੂੰ ਸੁਣ ਰਹੇ ਹੋਗੇ, ਕਿਉਂਕਿ ਬਹੁਤ ਸਾਰੇ ਇੱਦਾਂ ਦੇ ਕੈਟੇਗਰੀ ਵਾਲੇ ਸਾਡੇ ਦਰਸ਼ਕ ਹੈਗੇ ਨੇ ਜੋ ਦੇਖਦੇ ਨੇ, ਪੀਆਰ ਤੇ ਖਾਸ ਕਰਕੇ ਜਾਣਾ ਚਾਹੁੰਦੇ ਨੇ। ਸੋ ਉਸ ਨੂੰ ਲੈ ਕੇ ਅਸੀਂ ਡਿਸਕਸ਼ਨ ਕਰ ਰਹੇ ਹੈਗੇ ਆ ਕੈਟੇਗਰੀਜ਼। ਇੱਕ ਵਾਰੀ ਆਪਣਾ ਪ੍ਰੋਫਾਈਲ ਲੈ ਕੇ ਜ਼ਰੂਰ ਆਇਆ ਕਰੋ। ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸਿਸ ਨੀਚੇ ਫਲੈਸ਼ ਹੋ ਰਹੇ ਨੇ। ਕਈ ਵਾਰੀ ਅਸੀਂ ਸੋਚਦੇ ਹਾਂ, ਸਾਨੂੰ ਲੱਗਦਾ ਹੈ ਕਿ ਸ਼ਾਇਦ ਸਾਡਾ ਪ੍ਰੋਫਾਈਲ ਜਿਹੜਾ ਉਹ ਮੈਚ ਨਹੀਂ ਕਰਦਾ। ਜਿਵੇਂ ਅਸੀਂ ਗੱਲ ਕੀਤੀ ਐਕਸਪ੍ਰੈਸ ਐਂਟਰੀ ਵੀ ਹੋ ਸਕਦਾ ਨਹੀਂ ਕਰਦਾ ਹੋਏਗਾ, ਪਰ ਜਿਵੇਂ ਮੈਮ ਨੇ ਦੱਸਿਆ ਕਿ ਹੋਰ ਬਹੁਤ ਸਾਰੀਆਂ ਕੈਟੇਗਰੀ ਜਿਹੜੀਆਂ ਪੀਆਰ ਦੀਆਂ ਹੈਗੀਆਂ ਨੇ, ਹੋ ਸਕਦਾ ਕਿ ਤੁਹਾਡਾ ਪ੍ਰੋਫਾਈਲ ਉਹਦੇ ਨਾਲ ਮੈਚ ਕਰ ਜਾਏ। ਸੋ ਇੱਕ ਵਾਰੀ ਪ੍ਰੋਫਾਈਲ ਲੈ ਕੇ ਜ਼ਰੂਰ ਪਹੁੰਚਿਆ ਕਰੋ, ਆਪਣੇ ਡਾਕੂਮੈਂਟਸ ਨੂੰ ਲੈ ਕੇ ਜ਼ਰੂਰ। ਆਈ ਹੋਪ ਕਿ ਕੋਈ ਨਾ ਕੋਈ ਰਸਤਾ ਜਿਹੜਾ ਤੁਹਾਨੂੰ ਮਿਲ ਹੀ ਜਾਏਗਾ ਤੇ ਤੁਸੀਂ ਪਹੁੰਚ ਪਾਓਗੇ ਆਪਣੀ ਡ੍ਰੀਮ ਡੈਸਟੀਨੇਸ਼ਨ ਤੇ। ਅੱਛਾ, ਜਿਵੇਂ ਤੁਸੀਂ ਦੱਸਿਆ ਕਿ ਕੋਵਿਡ ਦੀ ਵਜ੍ਹਾ ਦੇ ਨਾਲ ਹੁਣ ਕੋਈ ਡਰਾਅ ਨਹੀਂ ਨਿਕਲਿਆ, ਕੋਵਿਡ ਦਾ ਇਫੈਕਟ ਓਬਵੀਅਸ ਹੈ ਕਿ ਹਰ ਕਿਸੇ ਤੇ ਪਿਆ ਹੈਗਾ ਇਸ ਟਾਈਮ, ਤੇ ਹੁਣ ਫਿਰ ਕੀ ਕਰਨ? ਜੇਕਰ ਕਿਸੇ ਨੇ ਪੀਆਰ ਅਪਲਾਈ ਕਰਨੀ, ਉਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ ਕਿ ਕੋਵਿਡ ਦੀ ਸਿਚੁਏਸ਼ਨ ਨੋਰਮਲ ਹੋਏ ਫਿਰ ਅਸੀਂ ਅਪਲਾਈ ਕਰੀਏ, ਜਾਂ ਹੁਣ ਅਪਲਾਈ ਕਰ ਲੈਣ? ਦੇਖੋ, ਅਪਲਾਈ ਆਪਾਂ ਕਰਨਾ ਬਿਲਕੁਲ ਜ਼ਰੂਰੀ ਹੈ। ਆਪਾਂ ਨੂੰ ਕੁਝ ਨਹੀਂ ਪਤਾ ਕਦੋਂ ਡਰਾਅ ਨਿਕਲ ਆਏ। ਯੂ ਨੈਵਰ ਨੋ ਕੈਨੇਡੀਅਨ ਇਮੀਗ੍ਰੇਸ਼ਨ ਕੱਲ ਡਰਾਅ ਕੱਢ ਦੇ, ਬਿਕਾਜ਼ ਜਿਵੇਂ ਹਰ ਫੋਰਟਨਾਈਟਲੀ, ਹਰ 15 ਦਿਨ 'ਚ ਇੱਕ ਵਾਰੀ ਪਹਿਲਾਂ ਨਾਰਮਲੀ ਡਰਾਅ ਨਿਕਲਦਾ ਸੀ, ਜਿਹੜਾ ਆਪਾਂ ਦਾ ਇਸ ਟਾਈਮ ਤੇ ਨਹੀਂ ਨਿਕਲ ਰਿਹਾ। ਬਟ ਦੇਰ ਇਜ਼ ਨੋ ਇਨਫੋਰਮੇਸ਼ਨ ਵਾਟਸੋਐਵਰ ਬਾਈ ਕੈਨੇਡੀਅਨ ਇਮੀਗ੍ਰੇਸ਼ਨ ਵਿਦ ਰਿਗਾਰਡਸ ਟੂ ਕਿ ਕਦੋਂ ਅਗਲਾ ਡਰਾਅ ਨਿਕਲੇਗਾ। ਤਾਂ ਆਪਾਂ ਨੂੰ ਇਹ ਵੇਟ ਨਹੀਂ ਕਰਨੀ ਕਿ ਅਜੇ ਡਰਾਅ ਨਹੀਂ ਨਿਕਲ ਰਿਹਾ ਤੇ ਸਾਡੇ ਕੋਲ 6-7 ਮਹੀਨੇ ਹੈਗੇ, ਆਪਾਂ ਆਇਲਸ ਬਾਅਦ 'ਚੋਂ ਦੇ ਲਾਂਗੇ, ਬਾਅਦ 'ਚੋਂ ਫਾਈਲ ਕ੍ਰੀਏਟ ਕਰ ਦਾਂਗੇ। ਤੁਹਾਨੂੰ ਕੀ ਪਤਾ ਕਿ ਕੱਲ ਨੂੰ ਅਗਲੇ ਹਫਤੇ ਹੀ ਡਰਾਅ ਨਿਕਲ ਜਾਏ। ਅਸੀਂ ਅੱਜ ਹੁਣ ਇੱਥੇ ਗੱਲ ਕਰ ਰਹੇ ਹਾਂ, ਕੱਲ ਸਵੇਰੇ ਡਰਾਅ ਨਿਕਲ ਜਾਏ, ਤੇ ਕਿਆ ਪਤਾ ਜਿਹੜਾ ਸਕੋਰ ਆਪਾਂ 469 ਕਹਿ ਰਹੇ ਹਾਂ, ਯੂ ਨੈਵਰ ਨੋ ਉਹ ਸਕੋਰ 450 ਹੋ ਜਾਏ। ਅਗਰ ਮੈਂ ਛੋਟਾ ਜਿਹਾ ਇੱਥੇ ਐਗਜ਼ਾਮਪਲ ਲਵਾਂਗੀ, ਟਾਈਮ ਦੇ ਲਿਮਿਟੇਸ਼ਨ ਨੂੰ ਦੇਖਦਿਆਂ ਹੋਇਆਂ, ਕੈਨੇਡਾ ਇਮੀਗ੍ਰੇਸ਼ਨ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ, ਜਿਹੜੇ ਕੈਨੇਡਾ ਦੇ ਵਿੱਚ ਲੋਕੀ ਇਸ ਟਾਈਮ ਤੇ ਐਕਸਪੀਰੀਅੰਸ ਤੇ ਬੈਠੇ ਨੇ, ਉਹ ਸਕੋਰ ਨੂੰ ਸਡਨਲੀ ਜਨਵਰੀ ਦੇ ਵਿੱਚ 450 ਤੋਂ 75 ਕਰਤਾ। ਤੇ ਜਿੰਨੀਆਂ ਫਾਈਲਾਂ ਲੱਗੀਆਂ ਸੀ ਉਸ ਕਲਾਸ ਦੇ ਅੰਦਰ, ਉਹਨਾਂ ਸਭ ਨੂੰ ਇਨਵੀਟੇਸ਼ਨ ਚਲੇ ਗਏ। ਆਲਮੋਸਟ 27,000 ਫਾਈਲਸ
files were invited, ਕਿਸੇ ਨੂੰ ਨਹੀਂ ਪਤਾ ਸੀ ਅਗਲੀ ਮਾਰਨਿੰਗ ਜਿਹੜੀ ਉਹ 27000 ਫਾਈਲ ਬੈਠੀ ਹੈ ਉਹ ਬੱਚੇ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਅਗਲੇ ਦਿਨ PR ਪੱਕੀ ਹੋ ਜਾਏਗੀ। ਉਹਨਾਂ ਦੇ 75 150 300 ਪੁਆਇੰਟ ਵਾਲਾ ਬੱਚਾ ਨਹੀਂ ਸੋਚ ਸਕਦਾ ਸੀ ਕਿ ਉਹਦੀ PR ਇੰਨੀ ਜਲਦੀ ਹੋ ਜਾਏਗੀ। ਇਸ ਕਰਕੇ ਦਿਸ ਇਜ਼ ਦ ਪੋਜ਼ਿਟਿਵਿਟੀ ਦੈਟ ਵੀ ਗੈਟ ਫਰਮ ਕੋਵਿਡ ਨੇ ਆਈ ਨੋ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵਿਟੀ ਹੀ ਦਿੱਤੀ ਹੈ ਐਂਡ ਪਰੇਸ਼ਾਨੀ ਹੀ ਆਈ ਹੈ, ਬਟ ਕੈਨੇਡੀਅਨ ਇਮੀਗ੍ਰੇਸ਼ਨ ਆਈ ਵੁੱਡ ਸੇ ਫॉर ਪੀਪਲ ਹੂ ਵਾਂਟ PR ਬਹੁਤ ਨਵੇਂ ਪ੍ਰੋਗਰਾਮਸ ਇੰਟਰੋਡਿਊਸ ਕੀਤੇ ਜਾ ਰਹੇ ਨੇ ਐਂਡ ਕੈਨੇਡਾ ਨੂੰ ਲੋਕਾਂ ਦੀ ਬਹੁਤ ਲੋੜ ਹੈ। ਟਾਰਗੇਟਸ ਵਧਾ ਦਿੱਤੇ ਗਏ ਨੇ ਇਮੀਗ੍ਰੈਂਟਸ ਦੇ, 3 ਲੱਖ ਤੋਂ 4 ਲੱਖ ਬੰਦਾ ਹਰ ਸਾਲ ਕੈਨੇਡਾ ਨੂੰ ਚਾਹੀਦਾ ਹੈ। ਤਾਂ ਆਈ ਐਮ ਵੈਰੀ ਸ਼ੋਰ ਕਿ ਸਪੈਕੂਲੇਸ਼ਨ ਮੇਰੀ ਇਹੀ ਕਹਿੰਦੀ ਹੈ ਕਿ ਕੈਨੇਡਾ ਇਨਵੀਟੇਸ਼ਨ ਡੈਫੀਨੇਟਲੀ ਦੇਣੇ ਸ਼ੁਰੂ ਕਰੇਗਾ। ਇਸ ਕਰਕੇ ਵੇਟ ਨਾ ਕਰੋ, ਇਹ ਨਾ ਕਰੋ ਕਿ ਤੁਸੀਂ ਬੈਠੇ ਰਹੋ ਆਪਣੇ ਪੇਪਰ ਲੈ ਕੇ, ਗੈਟ ਗੋਇੰਗ ਵਿਦ ਯੋਰ ਐਪਲੀਕੇਸ਼ਨ ਐਂਡ ਆਲਸੋ ਕ੍ਰੀਏਟ ਯੋਰ ਪ੍ਰੋਫਾਈਲ। ਬਿਲਕੁਲ ਜੀ ਬਿਲਕੁਲ, ਇਹੀ ਅਸੀਂ ਹਮੇਸ਼ਾ ਕਹਿੰਦੇ, ਚਾਹੇ ਸਟੂਡੈਂਟਸ ਹੈਗੇ ਉਹਨਾਂ ਨੂੰ ਵੀ ਇਹੀ ਕਹੀਦਾ ਕਿ ਵੇਟ ਨਾ ਕਰੋ। ਹੁਣ ਚਾਹੇ PR ਦੀ ਅਸੀਂ ਗੱਲ ਕਰਦੇ ਹੈਗੇ ਕਿ ਆਪਣੀ ਫਾਈਲ ਅਪਲਾਈ ਕਰ ਦਿਓ, ਜਦੋਂ ਵੀ ਤੁਹਾਡਾ ਲੱਕ ਹੋਏਗਾ, ਜਦੋਂ ਵੀ ਸਿਚੁਏਸ਼ਨ ਨਾਰਮਲ ਹੋਏਗੀ ਤੇ ਤੁਹਾਡਾ ਵੀਜ਼ਾ ਜਿਹੜਾ ਤੁਹਾਨੂੰ ਲੱਗ ਜਾਏਗਾ, ਤੁਸੀਂ ਆਪਣੀ ਡ੍ਰੀਮ ਡੈਸਟੀਨੇਸ਼ਨ ਤੇ ਪਹੁੰਚ ਪਾਓਗੇ। ਅੱਛਾ, PR ਨੂੰ ਲੈ ਕੇ ਨਾ ਇੱਕ ਹੋਰ ਸਭ ਨੂੰ ਲੱਗਦਾ ਕਿ ਅੱਛਾ PR ਅਪਲਾਈ ਕਰਾਂਗੇ ਸਾਲ 2 ਸਾਲ 3 ਸਾਲ ਵੀ ਲੱਗ ਜਾਂਦੇ ਹੈਗੇ PR ਆਉਣ ਨੂੰ, ਸੋ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ ਸੱਚਾਈ ਅਗਰ ਆਪਾਂ ਹੁਣ ਦੀ ਗੱਲ ਕਰੀਏ, ਅਗਰ ਮੈਂ ਫਾਈਲ ਆਪਣੀ ਦਸੰਬਰ ਚ ਲਾਈ ਸੀ ਜਾਂ ਜਨਵਰੀ ਚ ਲਾਈ ਸੀ, ਮੇਰਾ 470 ਸਕੋਰ ਸੀ, ਮੈਂ ਬਹੁਤ ਐਕਸਾਈਟਿਡ ਹੋਵਾਂਗੀ ਕਿ ਮੇਰਾ ਅਗਲੇ ਡਰਾ ਦੇ ਵਿੱਚ ਹੀ ਇਨਵੀਟੇਸ਼ਨ ਆ ਜਾਏਗਾ PR ਦਾ, ਰਾਈਟ। ਬਟ ਕਿਉਂਕਿ ਮੈਂ ਜਿਵੇਂ ਕਿਹਾ 7 ਮਹੀਨੇ ਹੋ ਗਏ ਨੇ, ਇੱਕ ਡਰਾ ਨਹੀਂ ਨਿਕਲਿਆ, ਤਾਂ ਉਹ ਬੰਦਾ ਤਾਂ ਵੇਟ ਹੀ ਕਰ ਰਿਹਾ, ਆਪਣੀ ਫਾਈਲ ਲੈ ਕੇ ਬੈਠਾ ਹੀ ਹੋਇਆ ਜਿਹੜਾ ਵੀ ਹੈਗੇ ਨੇ। ਤਾਂ ਆਪਾਂ ਅਗਰ ਉਹ ਪੀਰੀਅਡ ਨੂੰ ਵੇਟ ਪੀਰੀਅਡ ਨੂੰ ਕੱਢ ਦਈਏ, ਇਨਵੀਟੇਸ਼ਨ ਆਉਣ ਤੋਂ ਬਾਅਦ ਮੈਕਸਿਮਮ ਪੀਰੀਅਡ ਤੁਹਾਡਾ 9 to 12 ਮੰਥਸ ਦਾ ਰਹਿ ਜਾਂਦਾ ਹੈ। ਅਗਰ ਮੈਂ ਤੁਹਾਡੇ ਨਾਲ ਗੱਲ ਕਰਾਂ, ਬਹੁਤ ਸਾਰੇ ਕਲਾਇੰਟਸ ਹੈ ਜਿਨ੍ਹਾਂ ਦਾ 3 ਮਹੀਨੇ 'ਚ PR ਅਪਰੂਵ ਹੋ ਜਾਂਦੀ ਹੈ, ਕਿਸੇ ਦੀ 6 ਮਹੀਨੇ 'ਚ ਹੋ ਜਾਂਦੀ ਹੈ। ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਾਂ, ਮੇਰੀ 13 ਮੰਥਸ 'ਚ PR ਅਪਰੂਵ ਹੋਈ ਸੀ। ਸੋ ਇਟ ਇਜ਼ ਡਿਪੈਂਡਿੰਗ ਔਨ ਫਾਈਲ ਟੂ ਫਾਈਲ, ਕਿਹੜੇ ਵੀਜ਼ਾ ਆਫਿਸ 'ਚ ਤੁਹਾਡੀ ਫਾਈਲ ਲੱਗ ਰਹੀ ਹੈ, ਵਰਕ ਹੋ ਰਹੀ ਹੈ, ਉਹਦੇ ਤੇ ਡਿਪੈਂਡ ਕਰਦਾ ਹੈ। ਬਿਲਕੁਲ ਜੀ ਬਿਲਕੁਲ। ਸੋ ਫਿਲਹਾਲ ਤੁਸੀਂ ਪਹੁੰਚੋ ਜੀ ਡਾਕੂਮੈਂਟਸ ਲੈ ਕੇ, ਜੇਕਰ ਕੋਈ ਆਇਲਸ ਜਿਹੜੀ ਹੈਗੀ ਆ ਉਹ ਕਰਨੀ ਸਟਾਰਟ ਕਰ ਦਿਓ। ਕਈਆਂ ਨੇ ਹਜੇ ਸੋਚ ਹੀ ਰਹੇ ਹੋਣਗੇ ਕਿ ਚਲੋ ਅਸੀਂ PR ਅਪਲਾਈ ਕਰਦੇ ਹਾਂ, ਪਰ ਨੌਲੇਜ ਨਹੀਂ ਹੁੰਦੀ ਪ੍ਰੋਪਰ। ਆਇਲਸ ਕਈ ਵਾਰੀ ਹੁੰਦਾ ਕਿ ਇੱਕ ਵਾਰੀ ਸਾਡੇ ਨਹੀਂ ਬੈਂਡਸ ਆਏ, ਡਰ ਜਾਂਦੇ, ਕਿਉਂਕਿ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਆਲਮੋਸਟ ਆਇਲਸ ਕਰਨ ਤੋਂ ਬਹੁਤ ਡਰਦੇ ਨੇ, ਹੈ ਨਾ। ਤੇ ਤੁਸੀਂ, ਤੁਹਾਡੇ ਕੋਲ ਅਗਰ ਟਾਈਮ ਹੈਗਾ, 1 ਵਾਰ ਨਹੀਂ 2 ਵਾਰ ਨਹੀਂ 3 ਵਾਰ ਤੁਸੀਂ ਐਗਜ਼ਾਮ ਦਿਓ, ਹੋ ਸਕਦਾ ਹੈ ਕਿ ਤੁਹਾਡੇ ਬੈਂਡਸ ਅੱਛੇ ਆ ਜਾਣ ਤੇ ਤੁਸੀਂ PR ਤੇ ਜਿਹੜਾ ਜਾ ਸਕੋ। ਅੱਛਾ, PR ਦੇ ਵਿੱਚ ਜਿਵੇਂ ਚਲੋ ਹਸਬੈਂਡ, ਬੱਚਿਆਂ ਦੀ ਗੱਲ ਕੀਤੀ, ਮਮ ਡੈਡ ਹੁੰਦੇ ਨੇ, ਉਹਨਾਂ ਦੀ ਵੀ ਨਾਲ ਹੀ PR ਲੱਗ ਜਾਂਦੀ ਹੈਗੀ ਆ? Again, a very good question. I would say these are the questions ਜਿਹੜੇ ਲੇਮੈਨ ਦੇ ਰੋਜ਼ ਆਉਂਦੇ ਨੇ ਸਾਡੇ ਕੋਲ। ਦੇਖੋ, ਕੈਨੇਡਾ ਇਮੀਗ੍ਰੇਸ਼ਨ ਫੈਮਿਲੀ ਕਿਵੇਂ ਡਿਫਾਈਨ ਕਰਦਾ ਹੈ? ਇੰਡੀਆ ਦੇ ਵਿੱਚ ਤਾਂ ਫੈਮਿਲੀ ਦਾ ਮਤਲਬ ਹੋ ਗਿਆ ਮੇਰੇ ਪੇਰੈਂਟਸ, ਮੇਰੇ ਬੱਚੇ, ਮੇਰੀ ਵਾਈਫ, ਰਾਈਟ। ਕੈਨੇਡਾ ਡਿਫਾਈਨਸ ਫੈਮਿਲੀ ਐਜ਼ ਵਾਈਫ ਐਂਡ ਚਿਲਡਰਨ, ਦੈਟਸ ਅਬਾਊਟ ਇਟ। ਤਾਂ ਇਸ ਕਰਕੇ ਪੇਰੈਂਟਸ ਦੀ ਨਾਲ PR ਹੋਣੀ ਪੋਸੀਬਲ ਨਹੀਂ ਹੈਗੀ। ਤੁਸੀਂ ਆਪਣੀ ਇਨਫੋਰਮੇਸ਼ਨ ਪੇਰੈਂਟਸ ਦੀ ਡੈਫੀਨੇਟਲੀ ਫਾਈਲ ਦੇ ਵਿੱਚ ਲਗਾਉਂਦੇ ਹੋ, ਤਾਂ ਕਿ ਕੱਲ ਨੂੰ ਜਦੋਂ ਤੁਸੀਂ PR ਹੋ ਕੇ ਕੈਨੇਡਾ ਚਲੇ ਜਾਓ, ਦੇਰ ਇਜ਼ ਅ ਡਿਫਰੈਂਟ ਪ੍ਰੋਗਰਾਮ ਫॉर ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ, ਜਿਹਨੂੰ ਆਪਾਂ PGP ਕਹਿ ਦਿੰਦੇ ਹਾਂ, ਪੇਰੈਂਟਸ ਗ੍ਰੈਂਡ ਪੇਰੈਂਟਸ ਸਪਾਂਸਰਸ਼ਿਪ ਪ੍ਰੋਗਰਾਮ। ਉਹ ਫਿਰ ਜਦੋਂ ਤੁਸੀਂ PR ਕੈਨੇਡਾ 'ਚ ਹੋ ਜਾਂਦੇ ਹੋ, 1-2 ਸਾਲ ਤੁਹਾਨੂੰ ਨਿਕਲ ਜਾਂਦੇ ਨੇ, ਦੈਟਸ ਅ ਲੋਟਰੀ ਬੇਸਡ ਅਗਰ ਮੈਂ ਕਹਾਂ ਸਿਸਟਮ, ਦੈਨ ਯੂ ਕੈਨ ਇਨਵਾਈਟ ਯੋਰ ਪੇਰੈਂਟਸ ਫॉर PR, ਬਟ ਤੁਸੀਂ ਇਕੱਠੇ ਫਾਈਲ ਡੈਫੀਨੇਟਲੀ ਨਹੀਂ ਲਗਾ ਸਕਦੇ। ਓਕੇ, ਪਰ ਫਿਲਹਾਲ ਗੁੱਡ ਨਿਊਜ਼ ਇਹ ਹੈ ਕਿ ਫੈਮਿਲੀ, ਤੁਹਾਡੇ ਬੱਚੇ ਨੇ, ਤੁਹਾਡੇ ਹਸਬੈਂਡ ਹੈਗਾ, ਤੁਸੀਂ ਇੱਕ ਪੂਰੀ ਫੈਮਿਲੀ ਜਾ ਸਕਦੇ ਹੋ। ਪੇਰੈਂਟਸ ਨੂੰ ਤੁਸੀਂ ਸਾਲ 1.5 ਸਾਲ ਜਿਵੇਂ ਤੁਸੀਂ ਕਿਹਾ ਕਿ ਬਾਅਦ ਵਿੱਚ ਇਨਵਾਈਟ ਕਰ ਸਕਦੇ ਹੋ। ਸੋ ਮੈਮ, ਟਾਈਮ ਬਹੁਤ ਘੱਟ ਬਚਿਆ, ਲਾਸਟ ਦੇ ਵਿੱਚ ਕੋਈ ਮੈਸੇਜ ਜਿਹੜਾ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਲਈ ਸ਼ੇਅਰ ਕਰਨਾ ਚਾਹੋ? ਮੈਂ ਸਭ ਲਈ ਇਹੀ ਮੈਸੇਜ ਦੇਣਾ ਚਾਹਾਂਗੀ that whoever is interested to be in Canada on permanent residence, this is the right time for you to get going with your documents. ਆਪਣੀ ECA evaluation ਕਰਾ ਲਓ, ਆਪਣੇ IELTS ਦੇ ਲਓ, ਆਪਣੇ ਡਾਕੂਮੈਂਟਸ ਸਾਡੇ ਆਫਿਸਿਸ ਦੇ ਵਿੱਚ ਆ ਕੇ ਡ੍ਰੌਪ ਕਰ ਸਕਦੇ ਹੋ। we will make an evaluation for you. I'm an RCIC member myself, ਤੇ ਮੇਰੀ ਟੀਮ ਜਿਹੜੀ ਐਕਸਪਰਟ ਟੀਮ ਹੈਗੀ ਉਹ ਤੁਹਾਨੂੰ ਅਸਿਸਟ ਕਰੇਗੀ with regards to your evaluation। ਅਗਰ ਤੁਸੀਂ ਡਾਇਰੈਕਟਲੀ ਮੇਰੇ ਤੋਂ ਆਪਣੇ ਪੇਪਰ ਇਵੈਲੂਏਟ ਕਰਾਉਣਾ ਚਾਹੁੰਦੇ ਹੋ, ਤੁਸੀਂ ਸਾਡੀ ਟੀਮ ਦੇ ਰਾਹੀਂ ਮੇਰੇ ਨਾਲ ਗੱਲ ਕਰ ਪਾਓਗੇ and you will be able to do that as well। ਤੇ get ready with your papers and do not worry ਅਗਰ ਤੁਹਾਡੀ ਫਾਈਲ ਲੱਗੀ ਹੋਈ ਹੈ, ਉਹਦੇ ਤੇ ਕੁਝ ਪ੍ਰੋਸੈਸਿੰਗ ਨਹੀਂ ਹੋ ਰਹੀ, stay positive and do not get frustrated and ਤੁਹਾਡੀ ਜਿਹੜੀ PR ਦੀ ਡ੍ਰੀਮ ਹੈਗੀ ਹੈ ਕੈਨੇਡਾ ਦੀ, ਉਹ ਲੈਂਡਮਾਰਕ ਇਮੀਗ੍ਰੇਸ਼ਨ ਡੈਫੀਨੇਟਲੀ ਪੂਰੀ ਕਰਨ ਦੀ ਕੋਸ਼ਿਸ਼ ਕਰੇਗਾ। ਬਿਲਕੁਲ ਜੀ ਬਿਲਕੁਲ। ਸੋ ਲੈਂਡਮਾਰਕ ਇਮੀਗ੍ਰੇਸ਼ਨ ਹਮੇਸ਼ਾ ਅਸੀਂ ਸ਼ੋਜ਼ ਕਰਦੇ ਹਾਂ, ਚਾਹੇ ਸਟੂਡੈਂਟਸ ਦੀ ਗੱਲ ਕਰੀਏ, ਬਹੁਤ ਸਾਰੇ ਸਟੂਡੈਂਟ ਜਿਹੜੇ ਜਾਂਦੇ ਨੇ ਆਪਣੀਆਂ ਡ੍ਰੀਮ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਥਰੂ। ਤੇ ਅੱਜ ਅਸੀਂ ਜਿਵੇਂ ਕਿ PR ਦੀ ਗੱਲ ਕੀਤੀ ਹੈਗੀ ਆ, ਸੋ PR ਤੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਜੀ ਲੈਂਡਮਾਰਕ ਇਮੀਗ੍ਰੇਸ਼ਨ, ਤਾਂ ਵੀ ਤੁਹਾਡਾ ਵੈਲਕਮ ਕਰਦਾ ਜੀ। ਆਫਿਸ
ਨੀਚੇ ਫਲੈਸ਼ ਹੋ ਹੀ ਰਹੇ ਨੇ। ਮੈਂ ਬਾਰ-ਬਾਰ ਦੱਸ ਰਹੀ ਹਾਂ ਜੀ ਕਿ ਤੁਹਾਡੇ ਨੀਅਰ ਬਾਏ ਕੋਈ ਨਾ ਕੋਈ ਆਫਿਸ ਤੁਹਾਨੂੰ ਮਿਲ ਜਾਏਗਾ ਲੈਂਡਮਾਰਕ ਇਮੀਗ੍ਰੇਸ਼ਨ ਦਾ। ਇੱਕ ਵਾਰੀ ਜ਼ਰੂਰ ਜਾਇਆ ਕਰੋ, ਚਾਹੇ ਤੁਹਾਨੂੰ ਲੱਗਦਾ ਕਿ ਵੀਜ਼ਾ ਨਹੀਂ ਲੱਗੇਗਾ, ਹੁਣ ਅਸੀਂ ਕੀ ਕਰੀਏ, ਇੱਕ ਵਾਰੀ ਆਪਣੇ ਡਾਕੂਮੈਂਟਸ ਜ਼ਰੂਰ ਸ਼ੇਅਰ ਕਰਿਆ ਕਰੋ। ਆਪਾਂ ਕਹਿ ਸਕਦੇ ਹਾਂ ਕਿ ਗੱਲਬਾਤ ਕਰਨ ਦੇ ਵਿੱਚ ਕੁਛ ਨਹੀਂ ਜਾਂਦਾ, ਹੋ ਸਕਦਾ ਹੈ ਕਿਤੇ ਨਾ ਕਿਤੇ ਤੁਹਾਨੂੰ ਕੋਈ ਰਸਤਾ ਜਿਹੜਾ ਹੈ, ਕਿਉਂਕਿ ਐਕਸਪਰਟਸ ਜਿਹੜੇ ਹੁੰਦੇ ਨੇ ਕੋਈ ਨਾ ਕੋਈ ਰਾਹ ਜਿਹੜਾ ਉਹਨਾਂ ਨੂੰ ਮਿਲ ਜਾਂਦਾ ਹੈਗਾ ਆ। ਇੱਕ ਰਸਤਾ ਨਹੀਂ ਹੋਏਗਾ, ਦੂਸਰਾ ਤੁਹਾਨੂੰ ਮਿਲ ਜਾਏਗਾ। ਸੋ ਜ਼ਰੂਰ ਜਾ ਕੇ ਆਪਣੇ ਡਾਕੂਮੈਂਟ ਸ਼ੇਅਰ ਕਰਿਆ ਕਰੋ ਤੇ ਆਪਣਾ ਪ੍ਰੋਪਰ ਜਿਹੜੀ ਜਾਣਕਾਰੀ ਹੈਗੀ ਆ ਉਹ ਜ਼ਰੂਰ ਲਿਆ ਕਰੋ। ਸੋ ਥੈਂਕ ਯੂ ਸੋ ਮਚ ਮੈਮ। ਥੈਂਕ ਯੂ ਜੀ। ਸੋ ਇਸ ਦੇ ਨਾਲ ਮੈਨੂੰ ਪ੍ਰੀਤ ਨੂੰ ਦੇ ਵਿੱਚ ਇਜਾਜ਼ਤ। ਸਤਿ ਸ਼੍ਰੀ ਅਕਾਲ।